हेलो फ्रेंड्स, मेरा नाम लवलीन सूद है तो मेरा सब्जैक्ट कैमिस्ट्री। अज असीं कैमिस्ट्री बारे पढ़ांगे। तुसीं सारे 10th तक साइंस पढ़ते आए हो। 10th जो साइंस पढ़ी है, साइंस के 3 पार्ट पढ़े होंगे, फिजिक्स, कैमिस्ट्री ते बायोलॉजी। 3 पार्ट्स पढ़े हैं, फिजिक्स पढ़ी है, कैमिस्ट्री भी पढ़ी होगी, बायोलॉजी भी पढ़ी होगी। बट अज असीं पढ़ना है सिर्फ कैमिस्ट्री बारे कि कैमिस्ट्री एक्चुअल है की। हुण साडे सब तो पहले माइंड 'ਚ ਇਹ क्वेश्चन आता है कि जिहड़ा सब्जैक्ट असीं पढ़न जा रहे हैं एक्चुअली है की, वो 'ਚ हुंदा की है। ਹੁਣ ਆਪਾਂ ਕੈਮਿਸਟਰੀ ਨੂੰ ਸਭ ਤੋਂ ਪਹਿਲਾਂ ਇੰਟਰੋਡਿਊਸ ਕਰਾਂਗੇ। ਕੈਮਿਸਟਰੀ ਹੁੰਦੀ ਕੀ ਹੈ? ਕੈਮਿਸਟਰੀ ਇਟ ਇਜ਼ ਅ ਸਟੱਡੀ ਆਫ ਐਟਮਸ ਐਂਡ ਮੋਲੀਕਿਊਲਸ ਐਂਡ देयर ਇੰਟਰਕਨਵਰਜਨਸ। ਹੁਣ ਸਭ ਤੋਂ ਪਹਿਲਾਂ ਅਗਰ ਆਪਾਂ ਸਟੱਡੀ ਕਰਨੀ ਕੈਮਿਸਟਰੀ, ਸਭ ਤੋਂ ਪਹਿਲਾਂ ਸਾਨੂੰ ਕੀ ਪਤਾ ਹੋਣਾ ਚਾਹੀਦਾ ਕਿ ਐਟਮਸ ਕੀ ਹੈ, ਮੋਲੀਕਿਊਲਸ ਕੀ ਹੈ ਤੇ ਉਹਨਾਂ ਦੀ ਇੰਟਰਕਨਵਰਜਨਸ ਕੀ ਹੁੰਦੀਆਂ ਨੇ। ਹੁਣ ਜੇ ਤੁਹਾਨੂੰ ਐਟਮਸ ਦਾ ਪਤਾ ਹੋਊਗਾ, ਮੋਲੀਕਿਊਲਸ ਦਾ ਪਤਾ ਹੋਊਗਾ, फिर ਤਾਂ ਹੀ ਪਤਾ ਚੱਲੂ ਉਹਨਾਂ 'ਚ ਇੰਟਰਕਨਵਰਜਨਸ ਕੀ ਹੁੰਦੀਆਂ ਨੇ। ਫਿਰ ਹੀ ਤੁਹਾਡੇ ਕੋਲ ਪੂਰੀ ਕੈਮਿਸਟਰੀ ਦੀ ਸਟੱਡੀ ਹੋਊਗੀ। ਇਹ ਮੈਂ ਬਿਲਕੁਲ ਬੇਸਿਕ ਜੀ ਡਿਫਾਈਨ ਕੀਤੀ ਹੈ ਕਿ ਕੈਮਿਸਟਰੀ 'ਚ ਹੁੰਦਾ ਕੀ ਹੈ। ਮੇਨਲੀ ਉਹਦੇ ਵਿੱਚ ਐਟਮਸ ਆਉਂਦੇ ਨੇ, ਮੋਲੀਕਿਊਲਸ ਆਉਂਦੇ ਨੇ ਤੇ ਉਹਨਾਂ ਦੇ ਇੰਟਰਕਨਵਰਜਨਸ ਆਉਂਦੇ ਨੇ। ਹੁਣ ਐਟਮਸ ਕੀ ਹੈ? ਹੁਣ ਆਪਾਂ ਐਗਜ਼ਾਮਪਲ ਲੈਂਦੇ ਆ, ਕੋਈ ਵੀ ਛੋਟਾ ਪਾਰਟੀਕਲ ਜਿਹਦੀ ਇੰਡੀਪੈਂਡੈਂਟ ਐਗਜ਼ਿਸਟੈਂਸ ਹੋ ਵੀ ਸਕਦੀ ਹੈ ਔਰ ਨਹੀਂ ਵੀ ਹੋ ਸਕਦੀ। ਕੋਈ ਵੀ ਛੋਟਾ ਪਾਰਟੀਕਲ। ਹੁਣ ਦੇਖੋ, ਅਗਰ ਮੈਂ ਸਿੰਪਲ ਜੀ ਗੱਲ ਕਰਾਂ, ਹਾਈਡਰੋਜਨ। ਜੋ ਆਪਾਂ ਹਾਈਡਰੋਜਨ ਲਿਖਦੇ ਆ ਨਾ, ਆਪਾਂ ਕਹਿੰਦੇ ਨੇ ਐਚ ਹੈ, ਪਰ ਐਕਚੁਅਲ ਹਾਈਡਰੋਜਨ ਐਚ ਨਹੀਂ ਹੁੰਦਾ। ਉਹ ਕੀ ਹੁੰਦਾ? H2। क्योंकि आप हाइड्रोजन कला मिलता ही नहीं, अपन किस फॉर्म च मिलता, वो H2 की फॉर्म के मिलता है। बट अगर आप देखिए H2 बनया कितों होगा, अगर आप H2 की गल करिए, H2 कितों बनया होगा? 2 छोटे छोटे हाइड्रोजन एटम्स नूं मिलके उन्हां तो मिलके की बनया होगा? हाइड्रोजन मॉलिक्यूल बनया होगा। हुण ये भी की साडे कोल एटम, आ भी की है एटम, ते इन्हां दोनां नूं मिलके की बनया? कोई भी छोटा पार्टिकल जिहदी इंडिपेंडेंट एग्जिस्टेंस हो भी सकती है और नहीं भी हो सकती, उन्होंने ਆਪਾਂ ਕੀ ਕਹਿੰਦੇ ਆ? ਐਟਮ ਕਹਿੰਦੇ ਆ। और ਜਿਹੜਾ ਐਟਮਸ ਤੋਂ ਮਿਲ ਕੇ ਬਣਦਾ ਆਪਾਂ ਉਹਨੂੰ ਕੀ ਬੋਲਦੇ ਆ? ਮੋਲੀਕਿਊਲ। ਉਹਨਾਂ ਮੋਲੀਕਿਊਲ ਜਿਹੜਾ ਬਣਿਆ ਉਹਦੀ ਇੰਡੀਪੈਂਡੈਂਟ ਐਗਜ਼ਿਸਟੈਂਸ ਹੋਊਗੀ। ਹੁਣ ਅਗਰ ਮੈਂ ਸਿੰਪਲੀ ਗੱਲ ਕਰਾਂ ਕਿ ਆਪਣੇ ਕੋਲ 골ਡ ਹੈ, 골ਡ ਦਾ ਫਾਰਮੂਲਾ ਕੀ ਹੁੰਦਾ? AU। ਸਿੰਬਲ ਕੀ ਹੁੰਦਾ ਉਹਦਾ? AU। AU ਕਿਹਦਾ ਸਿੰਬਲ ਹੈ? 골ਡ। ਹੁਣ 골ਡ ਦਾ ਜਿਹੜਾ ਐਟਮ ਉਹ ਕੱਲਾ ਮਿਲ ਜਾਂਦਾ ਸਾਨੂੰ এনवायरमेंट 'ਚ। ਮਤਲਬ ਕਿ 골ਡ ਜਿਹੜਾ AU ਦੀ ਫਾਰਮ 'ਚ ਮਿਲਦਾ, ਇਹ ਕੱਲਾ ਐਗਜ਼ਿਸਟ ਕਰ ਸਕਦਾ। ਇਹਦਾ ਮਤਲਬ ਇਹਦੀ ਇੰਡੀਪੈਂਡੈਂਟ ਐਗਜ਼ਿਸਟੈਂਸ ਹੈਗੀ ਹੈ। बट हाइड्रोजन कला नहीं मिलता, ਇਹਦਾ ਮਤਲਬ ਉਹਦੀ ਇੰਡੀਪੈਂਡੈਂਟ ਐਗਜ਼ਿਸਟੈਂਸ ਨਹੀਂ। ਉਹ ਕਿਸ ਫਾਰਮ 'ਚ ਮਿਲਦਾ ਸਾਨੂੰ? ਮੋਲੀਕਿਊਲ ਦੀ ਫਾਰਮ ਦੇ ਵਿੱਚ। ਜਿਹੜਾ ਐਟਮ ਕੱਲਾ ਐਗਜ਼ਿਸਟ ਨਹੀਂ ਕਰ ਸਕਦਾ, ਉਹ ਕਿਸ ਫਾਰਮ 'ਚ ਮਿਲੂਗਾ ਸਾਨੂੰ? ਮੋਲੀਕਿਊਲ ਦੀ ਫਾਰਮ 'ਚ ਮਿਲੇਗਾ। ਤੇ ਹੁਣ ਦੇਖੋ, ਇਹਦਾ ਮਤਲਬ ਐਟਮਸ ਆਪਸ ਦੇ ਵਿੱਚ ਕੰਬਾਈਨ ਕਰਕੇ, ਐਟਮਸ ਆਪਸ ਦੇ ਵਿੱਚ ਜੁੜ ਕੇ ਕੀ ਬਣਾਉਂਦੇ ਆ? ਮੋਲੀਕਿਊਲ ਬਣਾਉਂਦੇ ਆ। ਐਟਮ ਜਦੋਂ ਆਪਸ ਜੁੜਨਗੇ ਕੀ ਬਣਾਉਣਗੇ? ਮੋਲੀਕਿਊਲ ਬਣਾਉਣਗੇ। ਆਪਾਂ ਉਹਨੂੰ ਕੀ ਕਵਾਂਗੇ? ਇੰਟਰਕਨਵਰਜਨਸ। ਇੰਟਰਕਨਵਰਜਨ मतलब ਕਨਵਰਟ ਹੋਣਾ। एक एटम का किच कन्वर्ट होना, मॉलिक्यूल कन्वर्ट होना, अपन की बोलांगे इंटरकन्वर्जनस। हुण जो ਆਪਾਂ ਇਹ ਪੂਰੀ ਸਟੱਡੀ ਕਰ ਲਈ ਕਿ ਐਟਮਸ ਕੀ ਹੈ, ਮੋਲੀਕਿਊਲਸ ਕੀ ਹੈ ਤੇ ਉਹਨਾਂ ਦੀ ਇੰਟਰਕਨਵਰਜਨਸ ਕੀ ਹੈ, ਤਾਂ ਤੁਹਾਡੇ ਕੋਲ ਕੈਮਿਸਟਰੀ ਜਿਹੜੀ ਡਿਟੇਲ ਹੈ ਤੁਹਾਨੂੰ ਆਪਣੇ ਆਪ ਹੀ ਪਤਾ ਚੱਲ ਜਾਏਗੀ। ਇਹਦਾ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਹੈ? ਵਟ ਆਰ ਐਟਮਸ, ਵਟ ਆਰ ਮੋਲੀਕਿਊਲਸ ਤੇ ਉਹਨਾਂ ਦੀ ਇੰਟਰਕਨਵਰਜਨਸ ਕੀ ਹੈ। ਜੇ ਸਭ ਕੁਝ ਪਤਾ ਚੱਲ ਗਿਆ ਤਾਂ ਤੁਸੀਂ ਆਰਾਮ ਨਾਲ ਕੀ ਪੜ੍ਹ ਸਕਦੇ ਹੋ? ਕੈਮਿਸਟਰੀ ਪੜ੍ਹ ਸਕਦੇ ਹੋ। Hello friend, myself Kanksha Singla. I am your chemistry teacher. Today we will teach about the second chapter of +1 class, that is the structure of atom. Firstly, today's my topic is the discovery of electron, proton and neutron. So सबनों ही पता है कि एटम्स 3 चीज़ों तो बन के मिल के बनता है, that is the electron, proton, neutron. So पहला आप इसके बारे डिस्कस करिए तो सब तो पहला आप पढ़ते हैं भी एटम है की। एटम बारे ब्रीफली दसते हैं। एटम क्या होंदा है? ਇਹ ਡਰਾਈਵ ਕੀਤਾ ਗਿਆ ਕਿਹੜੇ ਵਰਡ ਤੋਂ? एटॉमस। एटॉमस मीनस क्या होंदा? अनडिविजिबल। जो कि सब तो पहले ਇਹ ਥਿਊਰੀ 'ਚ ਕਿਹਾ ਗਿਆ ਸੀ ਕਿ ਐਟਮ ਕੀ ਆ? ਇੱਕੋ ਪਾਰਟੀਕਲ ਹੈ ਜਿਸ ਨੂੰ ਫਰਦਰ ਅਸੀਂ ਹੋਰ ਪਾਰਟਸ ਵਿੱਚ ਡਿਵਾਈਡ ਨਹੀਂ ਕਰ ਸਕਦੇ। ਦੈਟ ਮੀਨਸ ਐਟਮ ਮੀਨਸ अनडिविजिबल, ਜੋ ਫਰਦਰ ਪਾਰਟਸ 'ਚ ਡਿਵਾਈਡ ਨਹੀਂ ਹੋ ਸਕਦਾ। ਓਕੇ, ਸੋ ਇਹ ਸਭ ਤੋਂ ਪਹਿਲਾਂ ਕਿਹਦੀ ਥਿਊਰੀ ਆਈ ਸੀ? ਡਾਲਟਨ ਦੀ ਥਿਊਰੀ ਆਈ ਸੀ। ਅਕੋਰਡਿੰਗ ਟੂ ਡਾਲਟਨਸ ਥਿਊਰੀ, ਡਾਲਟਨ ਨੇ ਸਭ ਤੋਂ ਪਹਿਲਾਂ ਥਿਊਰੀ ਦਿੱਤੀ ਸੀ। ਡਾਲਟਨ ਦੇ ਅਕੋਰਡਿੰਗਲੀ, ਜੋ ਕਿ ਬਾਅਦ ਚ ਰੋਂਗ ਪ੍ਰੂਫ ਹੋ ਚੁੱਕੀ ਸੀ। ਮੈਂ ਸਟੈਪ ਬਾਈ ਸਟੈਪ ਤੁਹਾਨੂੰ ਦੱਸੀ ਜਾਊਂਗੀ ਵੀ ਉਸਦਾ ਪੁਆਇੰਟ ਕਿਹੜਾ ਕਿੱਦਾਂ ਰੋਂਗ ਹੋਇਆ ਸੀ। ਫਸਟ ਪੁਆਇੰਟ ਉਸਨੇ ਕੀ ਕਿਹਾ ਸੀ ਕਿ ਐਟਮ ਕੈਨ ਨਾਟ ਬੀ ਡਿਵਾਈਡਡ ਇਨਟੂ ਫਰਦਰ ਪਾਰਟਸ, ਮਤਲਬ ਕਾਂਟ ਬੀ can't be divided into further parts, which is wrong as we know that। क्यों? क्योंकि ਆਪਾਂ ਨੂੰ ਸਭ ਨੂੰ ਪਤਾ ਵੀ ਐਟਮ ਕਿਸ ਤੋਂ ਮਿਲ ਕੇ ਬਣਿਆ ਹੋਇਆ ਹੈ? ਇਲੈਕਟ੍ਰੋਨ, ਪ੍ਰੋਟੋਨ ਐਂਡ
न्यूट्रॉन। दैट मीनस डाल्टन का जो फर्स्ट पोस्टुलेट आया सी उसकी थ्योरी भी एटम की है, एटम नू आपां फर्दर पार्ट्स च डिवाइड नहीं कर सकते, विच इज़ टोटली रॉन्ग। सैकेंड उसने की बोलिया सी भी एटम्स ऑफ सेम एलिमेंट आर atoms of same elements are similar in all aspect। that means उसने की बोलिया सी कि एक जिमें आपां मैं लै ला भी हाइड्रोजन के एटम्स लै रही हूँ मैं, हाइड्रोजन के किन्ने मर्जी एटम लै ला उन्हां सारिਆਂ ਦੀ प्रॉपर्टीज की होनी चाहिए सी सेम होनी चाहिए। कुछ भी है कोई भी प्रॉपर्टी है उसका सब क्या होनी चाहिए सी सेम। अगेन दिस इज नॉट पॉसिबल क्योंकि सानू पता है कि हाइड्रोजन दे अगे 3 आइसोटोप्स मिलते हैं, दैट इज द हाइड्रोजन 1, 2 हाइड्रोजन एंड 3 हाइड्रोजन। दिस इज ऑल्सो नोन एज प्रोटीनियम, दिस इज नोन एज ड्यूटेरियम, दिस इज नोन एज ट्रिटियम। ओके सो सेकेंड पॉइंट भी रॉन्ग हो चुकिया। जो उसने की किया सी भी एटम सेम एलीमेंट्स जेडे एटम्स होंदे ने वो क्या होंदे ने सिमिलर होंदे, मतलब उन्हां दी सारियां प्रॉपर्टीज क्या होंदियां ने सिमिलर हो गई, जो कि आपां ने हुणे देखिया कि रॉन्ग होईयां। क्यों रॉन्ग होईयां? क्योंकि असीं हाइड्रोजन दी ही एग्जांपल लेके चलदे हां। हाइड्रोजन दे अगे फर्दर 3 आइसोटोप्स होंदे ने। आइसोटोप्स इन द सेंस क्या इन्हां विच क्या हुंदा, इन्हां दा मास क्या हुंदा है डिफरेंट हुंदा है पर एटॉमिक नंबर क्या हो गए सेम। सो एक प्रॉपर्टी ऐसी आ गई हाइड्रोजन दे एटम्स च जो कि होगी उन्हां दे नालों अलग होगी। सो आपां हुण इन्हां तिन्नां एटम्स नूं सेम नहीं कह सकते इन द सेंस इन्हां च एक ऐसी प्रॉपर्टी है जो कि है डिफरेंट है, दैट इज द मास नंबर। ओके हेलो स्टूडेंट्स, अज असीं क्लास +1 ਦੇ ਵਿੱਚ ਕੈਮਿਸਟਰੀ ਦਾ ਚੈप्टर लेके आए हैं, चैप्टर नंबर 3 लेक्चर नंबर 1, और इस चैप्टर का नाम है क्लासिफिकेशन ऑफ एलिमेंट्स एंड पीरियोडिसिटी इन प्रॉपर्टीज। नेक्स्ट प्लीज। सो बच्चों इस चैप्टर ਨੂੰ स्टार्ट ਕਰਨ ਤੋਂ ਪਹਿਲਾਂ ਆਪਾਂ ਇਹਦੇ ਬਾਰੇ डिस्कस करते हैं दैट वाई डू वी नीड टू क्लासीफाई एलिमेंट्स। कि आप चैप्टर का नाम ही पढ़ रहे हैं कि क्लासिफिकेशन ऑफ एलिमेंट्स और दी पीरियोडिसिटी। सो एक्चुअल ਦੇ ਵਿੱਚ की जरूरत है कि सानू एलिमेंट्स ਨੂੰ क्लासीफाई करना पवे। सो बच्चों एट प्रेजेंट अगर आप कहिए कि अबाउट 114 या न्यूली डिस्कवर्ड 1 2 इंक्लूड करके 15 16 116 या 15 एलिमेंट्स नू एट ए टाइम स्टडी करना और हर एक एलिमेंट की इंडिविजुअल प्रॉपर्टी पढ़नी बहुत मुश्किल है। सो अगर आप कहिए कि सिमिलर करैक्टर वाले और जो साडे कोल एलिमेंट्स है उन्होंने आप इकट्ठे कर लिए, उन्होंने सिमिलर प्रॉपर्टीज करके एक ग्रुप बना लिए। सो अगर आप ग्रुपिंग कर लिए तो वो बेसिस से साडे कोल की है स्टडी ईजी हो जाएगी। सो दिस इज द रीजन लाइक एट प्रेजेंट 114 एलिमेंट्स आर नोन एंड इवन मच मोर टू बी डिस्कवर्ड। सो विद such a large number of elements it's very difficult to study individually all the elements। सारे दे सारे एलिमेंट्स नू इंडिविजुअली पढ़ना उन्ना ही मुश्किल है एंड देयर प्रॉपर्टीज और उन्हां दी प्रॉपर्टीज पढ़नियां। सो टू ईज आउट दिस प्रॉब्लम, इस प्रॉब्लम का की सोल्यूशन है कि साइंटिस्ट सर्च्ड फॉर अ सिस्टमैटिक वे। कि साइंटिस्ट ने की सोचा ऑल ओवर द वर्ल्ड कि अगर आप इहदा एक सिस्टमैटिक वे बना लिए कि आप सिमिलर जो चीज़ां ने उन्होंने क्लासीफाई कर लिए टू ऑर्गेनाइज देयर नॉलेज बाय क्लासीफाइंग एलिमेंट्स। सो बच्चों इस करके क्लासीफिकेशन ऑफ एलिमेंट्स जो एक कंसैप्ट है वो डिराइव आउट होया। अज असी आप करना है +1 कैमिस्ट्री का 4th चैप्टर दैट इज़ द केमिकल बॉन्डिंग एंड मॉलिक्यूलर स्ट्रक्चर। सो अज असी पढ़ांगे केमिकल बॉन्डिंग बारे। बॉन्डिंग पढ़न तो पहला रहे थोड़े दिमाग च आंदा हो जिमें नोबल गैसेस ने, नोबल गैसेस केड़ियां ने जिद्दां हीलियम है, नियॉन है, आर्गन है एक्सेट्रा। ये जिहड़े गैसेस ने एक ही सिंगली मतलब इंडिपेंडेंटली एग्जिस्ट करदी है, इन्हां दा कल्ला कल्ला एटम की करदा है एग्जिस्ट करदा है। बट अदर हैंड लाइक हाइड्रोजन है, Cl2 है, ये इंडिपेंडेंटली एग्जिस्ट नहीं करती हैं, ये मॉलिक्यूल के फॉर्म च। दैट मीनस 2 या 3 मोर एटम्स मिलके एक न्यू चीज़ बनाते दैट इज़ नोन एज मॉलिक्यूल। मॉलिक्यूल्स नूं आपां कंपाउंड बनाते हैं, मॉलिक्यूल बनाते हैं, वो एग्जिस्ट करते इंडिपेंडेंटली एग्जिस्ट क्यों नहीं करते, राइट। सो बहुत सारे क्वेश्चन आते हैं माइंड दे विच। सो बेसिकली हुणे मॉलिक्यूल तो है, मॉलिक्यूल बनिया किद्दां, इन्हां विच इहो जी किहड़ी फोर्स है भी जिहदे नाल ये आपस च जुड़े हुए आ। सो बहुत सारे क्वेश्चन आते हैं जिनमें फॉर एग्जाम्पल हाइड्रोजन है
ਆ ਜਿਹੜਾ ਉਹਦੇ ਵਿਚਕਾਰ ਦੋ ਹਾਈਡਰੋਜਨ ਦੇ ਵਿਚਕਾਰ ਜਿਹੜੀ ਇਹ ਚੀਜ਼ ਹੈ, ਇਸ ਨੂੰ ਕਹਿੰਦੇ ਆਪਾਂ ਬੌਂਡ। ਦੈਟ ਮੀਨਸ ਉਹ ਫੋਰਸ ਉਹ ਅਟਰੈਕਸ਼ਨ ਜਿਹੜੇ ਦੋ ਐਟਮਸ ਜਾਂ ਦੋ ਤੋਂ ਵੱਧ ਐਟਮਸ ਨੂੰ ਆਪਸ 'ਚ ਕੀ ਰੱਖਦੀ ਆ, ਬਣ ਕੇ ਰੱਖਦੀ ਆ, ਟੁਗੇਦਰ ਕਰਦੀ ਆ, ਉਸਨੂੰ ਆਪਾਂ ਕੀ ਬੋਲਦੇ ਆ, ਕੈਮੀਕਲ ਬੌਂਡ। ਹੁਣ ਕੈਮੀਕਲ ਬੌਂਡ ਕਿੱਦਾਂ ਬਣਦਾ, ਕਿਉਂ ਬਣਦਾ? कुछ एटम सिंगली एग्जिस्ट करते हैं ना, मोनोटॉमिकली एग्जिस्ट करते, लाइक हीलियम, नियॉन, आर्गन, और कुछ डायटॉमिक या फिर ट्राइटॉमिक भी एग्जिस्ट। हेलो स्टूडेंट्स, टीवी स्कूल च तुहाडा स्वागत करते हैं। अज असीं स्टार्ट करन जा रहे हैं क्लास +1 दी केमिस्ट्री दा चैप्टर नंबर 5 स्टेट्स ऑफ मैटर, लेक्चर नंबर 1। सो बच्चों, सब तो पहला जो चैप्टर का नाम है स्टेट्स ऑफ मैटर, ਆਪਾਂ ਪਹਿਲਾਂ ਮੈਟਰ ਦੇ ਬਾਰੇ ਜਾਣਦੇ ਹਾਂ ਕਿ ਆਪਾਂ ਇਸ ਚੈਪਟਰ ਦੇ ਵਿੱਚ ਕਿਸ ਤੋਂ ਰਿਲੇਟਡ ਚੀਜ਼ਾਂ ਪੜਾਂਗੇ। ਸੋ ਬੇਸਿਕਲੀ ਬੱਚਿਓ, ਆਪਣੇ ਕੋਲ ਮੈਟਰ ਕੀ ਹੁੰਦਾ ਹੈ? ਮੈਟਰ ਹੁੰਦਾ ਹੈ ਐਨੀਥਿੰਗ ਵਿਚ ਆਕੂਪਾਈ ਸਪੇਸ ਐਂਡ ਹੈਜ਼ ਮਾਸ, ਕਿ ਕੋਈ ਵੀ ਇਦਾਂ ਦੀ ਵਸਤੂ ਜਾਂ ਕੋਈ ਵੀ ਇਦਾਂ ਦਾ ਸਬਸਟੈਂਸ ਜਿਹੜਾ ਕੀ ਹੈ ਜਗ੍ਹਾ ਆਕੂਪਾਈ ਕਰਦਾ ਹੈ, ਸਪੇਸ ਆਕੂਪਾਈ ਕਰਦਾ ਹੈ, ਜਗ੍ਹਾ ਰੋਕਦਾ ਹੈ, ਪਲੱਸ ਹੈਜ਼ ਮਾਸ, ਉਹਦਾ ਕੁਝ ਆਪਣਾ ਕੀ ਹੈ, weight ਹੁੰਦਾ ਹੈ। ਸੋ ਬੇਸਿਕਲੀ ਬੱਚਿਓ, ਜੋ ਸਾਡੇ ਕੋਲ ਮਾਸ ਹੈ, अगर असी कह रहे हैं कि कोई भी सबस्टांस है जिसका भार है और वो कुछ जगह रोक रहा है, मतलब कि उन्हें एक पर्टिकुलर बाउंड्री का एरिया रोकिया है, उसनों असी की कहते हाँ, मैटर। हुण नैक्सट आ गया कि मैटर जिहड़ा है उहदे कितनियां स्टेट्स ने। इत्थे बच्चों स्टेट मतलब फॉर्म्स, उस मैटर दीयां कितनियां फॉर्म्स है, उहदे कितने तरीके ने, अलग अलग टाइप्स ने। सो बेसिकली बच्चों, जो मैटर दीयां जो साडे कोल टाइप्स है वो 3 हुंदियां, सॉलिड्स, लिक्विड्स एंड गैसेस। सो आज आप हम स्टार्ट करन जा रहे हैं अपना ये लेक्चर स्टार्टिंग फ्रॉम द स्टेट्स ऑफ मैटर। सो बेसिकली बच्चों, अगर असी गल करिए तो मैटर दे विच साडे कोल किन्ने तरह के स्टेट्स आए? साडे कोल आए 3 तरह के स्टेट्स। एक है साडे कोल सॉलिड, जिहदे विच की है साडे कोल पार्टिकल्स की है जो एग्जिस्ट करते हैं सॉलिड एट रूम टैंपरेचर। जो इन्हां दा जो एक्चुअल नेचर है कि कोई भी इदां दा सबस्टांस जिहड़ा कि रूम टैंपरेचर ते साडे कोल उस फॉर्म च एग्जिस्ट कर रहा है, तो आपां उहनूं की कह दांगे, ਉਹਦਾ सॉलिड नेचर है। गैस ਦੀ ਫਾਰਮ ਚ ਕੀ ਹੈ ਬੱਚਿਓ ਸਾਡੇ ਕੋਲ, ਜਿਹਦੇ ਵਿੱਚ ਸਾਡੇ ਕੋਲ ਪਾਰਟੀਕਲਸ ਕੀ ਹੈ, ਕੰਡੈਂਸਡ ਨਹੀਂ ਹੈ, ਦੂਰ ਦੂਰ ਨੇ ਪਾਰਟੀਕਲਸ, ਉਹਨੂੰ ਅਸੀਂ ਕਹਿੰਦੇ ਹਾਂ ਗੈਸ। ਐਂਡ ਥਰਡ ਵਨ ਇਜ਼ ਦ ਲਿਕੁਇਡ। ਸੋ ਬੇਸਿਕਲੀ ਬੱਚਿਓ, ਹੁਣ ਤੱਕ ਆਪਾਂ ਇਹ ਪੜਿਆ ਹੋਣਾ ਹੈ ਜਾਂ ਤੁਸੀਂ ਛੋਟੀ ਕਲਾਸਿਸ ਚ ਪੜਿਆ ਹੋਣਾ ਹੈ ਕਿ ਸਾਡੇ ਕੋਲ 3 ਸਟੇਟਸ ਆਫ ਮੈਟਰ ਹੈ, ਬਟ ਰੀਸੈਂਟਲੀ ਇੱਕ ਹੋਰ ਸਾਡੇ ਕੋਲ ਐਡ ਆਨ ਹੋ ਗਿਆ ਹੈ ਦ 4th ਸਟੇਟ ਆਫ ਮੈਟਰ, ਜਿਹਨੂੰ ਆਪਾਂ प्लाज्मा कहने वो आप अपने अगले इस लैक्चर के डिस्कस करांगे फर्दर अगे लैक्चर्स दे विच कि प्लाज्मा कितना वेरी करता है फ्रॉम द सॉलिड, लिक्विड एंड गैसेस। सो सब तो पहला हुण आपां स्टडी करते हाँ कि जिहड़ा बेसिक 3 प्रॉपर्टीज़ है कि मैटर दी 3 प्रॉपर्टीज़ किहड़ियां ने। एक है सॉलिड, लिक्विड ते गैस, उन्हां दे विच आपस दे विच की फर्क है? सत श्री अकाल बच्चों, मेरा नाम सुखराज सिंह है। मैं आप जी नूं कैमिस्ट्री का चैप्टर नंबर 6 थर्मोडायनमिक्स जो कि +1 क्लास का उहदे बारे अज आप जियां दे नाल सांझ पाउणी है। थर्मोडायनमिक्स जिहड़ा चैप्टर है, इस तो पहला एक गल जरूर दसनी चाहूँगा, मुनसिफ समझूँगा कि आपां बहुत ही सुचारू ढंग दे नाल समझण अते समझाउण दा जिहड़ा यतन है वो करना है। जिहड़ा साडा चैप्टर थर्मोडायनमिक्स है, ਇਹਦੇ ਬਾਰੇ ਆਪਾਂ ਪਹਿਲਾਂ ਥੋੜੀ ਜੀ ਗੱਲ ਕਰੀਏ ਕਿ ਇਸ ਦਾ ਭਾਵ ਕੀ ਹੈ। ਜਿਵੇਂ ਕਿ ਚੈਪਟਰ ਦਾ ਨਾਮ ਹੀ ਤੁਹਾਨੂੰ ਦੱਸ ਰਿਹਾ ਹੈ, ਚੈਪਟਰ ਦਾ ਨਾਮ ਜਿਹੜਾ ਤੁਹਾਨੂੰ ਦੱਸ ਰਿਹਾ ਹੈ ਥਰਮੋਡਾਇਨਮਿਕਸ। ਥਰਮੋਡਾਇਨਮਿਕਸ ਭਾਵ 2 ਅੱਖਰਾਂ ਤੋਂ ਜਿਹੜਾ ਇਹ ਨਾਮ ਬਣਿਆ। ਥਰਮੋ ਦਾ ਮਤਲਬ ਹੁੰਦਾ ਹੀਟ ਅਤੇ ਡਾਇਨਮਿਕਸ ਦਾ ਮਤਲਬ ਹੁੰਦਾ फ्लो। जिहड़ा फ्लो ऑफ हीट है, फ्लो ऑफ हीट नूं आपां इस चैप्टर दे विच डिस्कस करना है। असल दे विच थर्मोडायनमिक्स एक कैमिस्ट्री दी ब्रांच है जो इस चीज़ दे नाल डील करदी है कि रिएक्शन जिहड़े ने वो हुंदे क्यों है, किवें हुंदे है, कदों हो सकदे है, कदों नहीं हो सकदे। इन्हां सारियां चीज़ां दे नाल, सारियां गल्लां दे नाल जिहड़ी ब्रांच डील करदी है, डिफरेंट अलग अलग एनर्जीज, अलग अलग ऊर्जावां जिहड़ियां ने उन्हां दे नाल संबंध सानूं दर्शाउंदी है, उस नूं असीं थर्मोडायनमिक्स कहने हैं। शॉर्ट दे विच आपां यही कह सकते हैं कि सिर्फ ते सिर्फ कैमिस्ट्री दी एक ब्रांच है जिहड़ी सानूं डिफरेंट फॉर्म्स ऑफ एनर्जी अते उन्हां दे आपसी संबंधां दे बारे जाणू करवाउंदी है, उस नूं असीं थर्मोडायनमिक्स कहने हैं।
हेलो स्टूडेंट्स, असी केमिस्ट्री का +1 क्लास का चैप्टर नंबर 7 क्यूलब्रियम स्टार्ट करेंगे। सो फर्स्ट ऑफ ऑल क्वेश्चन आता है कि क्यूलब्रियम है क्या, व्हाट डू यू मीन बाय द क्यूलब्रियम। क्यूलब्रियम दी मैं जर्नल जे मीनिंग दसा, इट मीनस बैलेंस, इट मीनस बैलेंस। बैलेंस हो जाना उस इक्वेशन का, उसमें आप की बोलते हैं इक्विलिब्रियम हो जाना। मीनस हुण अपनी जो रिएक्शनस है ये हुंदा की है, जर्नली रही तुसी रिएक्शनस पढ़ते हो भी जेडे रिएक्टेंट्स हुंदे ने स्टार्टिंग विच रिएक्ट करके की बना लेंदे, प्रोडक्ट बना लेंदे एक अमाउंट ते आके जेडे थोड़े जे मान लो तुसी 100 मॉलिक्यूल्स लेके चले हो रिएक्टेंट दे ते 100 दे 100 मॉलिक्यूल्स कन्वर्ट होके प्रोडक्ट दे अंदर, तो उसमें असीं कहने भी रिएक्शन की होगी साडी कंप्लीट होगी। पर समटाइम्स या फिर कह लो कुछ रिएक्शनस चे प्रोसैस नहीं हुंदा, मीनस रिएक्शन कंप्लीट नहीं हुंदी। इन बिटवीन द प्रोसैस रिएक्शन च क्या आंदी है, कांस्टेंट हो जाती है, बैलेंस हो जाती है, विच रिप्रेजेंट द क्यूलब्रियम। क्यूलब्रियम जिहड़ा वर्ड है इसका मीनिंग जनरली बैलेंस होना हुंदा है। मीनस क्यूलब्रियम जिहड़ा आऊगा वो किहड़े रिएक्शन च आऊगा जिन्हां च रिवर्सिबल होगा। रिवर्सिबल इन द सेंस कुछ प्रोडक्ट क्या आंदे जिवें ही रिएक्टेंट मिलके प्रोडक्ट बना रहे होंगे उदा ही प्रोडक्ट वापस डिकम्पोज होकर की बना रहे होंगे, रिएक्टेंट बना रहे होंगे। एक जनरल एग्जांपल लैनी है जिमें N2+H2, ठीक है जी। N2+H2 मीनस नाइट्रोजन ते हाइड्रोजन मिलके की बना रहे ने अमोनीया। वापस अमोनीया की कर रहा डिकम्पोज होके नाइट्रोजन ते हाइड्रोजन दे रहा। जो ये साइन है डबल एरो है, दिस रिप्रेजेंट द क्यूलब्रियम स्टेट और रिवर्सिबल रिएक्शन। क्यूलब्रियम हमेशा ही रिवर्सिबल रिएक्शन च नजर आएगा, इरिवर्सिबल रिएक्शन च क्यूलब्रियम नहीं होएगा, याद रख इस गल नूं। इस दे विच देखो क्या हो रहा है, नाइट्रोजन हाइड्रोजन मिलके की बना रहे अमोनिया। सिमिलरली अमोनिया डिकम्पोज हो के नाल दी नाल की बना रहे नाइट्रोजन एंड हाइड्रोजन। हेलो स्टूडेंट्स, वेलकम टू टीवी स्कूल। ਆਪਾਂ ਲਾਸਟ ਲੈਕਚਰ ਦੇ ਵਿੱਚ ਕਲਾਸ +1 ਦੀ ਕੈਮਿਸਟਰੀ ਦੀ ਯੂਨਿਟ ਨੰਬਰ 8 ਰਿਡੌਕਸ ਰਿਐਕਸ਼ਨ ਵਿੱਚ ਲਾਸਟ ਲੈਕਚਰ ਤੱਕ ਆਪਾਂ ਨੇ ਰਿਡੌਕਸ ਰਿਐਕਸ਼ਨਸ ਦਾ ਮਤਲਬ ਕਿ ਕੀ ਹੁੰਦਾ ਹੈ, ਆਕਸੀਡੇਸ਼ਨ ਰਿਡਕਸ਼ਨ ਦਾ ਡਿਫਰੈਂਸ, ਦੋਨਾਂ ਦੀਆਂ ਰਿਐਕਸ਼ਨਸ ਕਿ ਕਿਹਦੇ ਵਿੱਚ ਹਾਈਡਰੋਜਨ ਦੀ ਐਡੀਸ਼ਨ ਹੁੰਦੀ ਹੈ ਜਾਂ ਫਿਰ ਕਿਹਦੇ ਵਿੱਚ ਆਕਸੀਜਨ ਦੀ ਐਡੀਸ਼ਨ ਹੁੰਦੀ ਹੈ। ਆਪਾਂ ਨੇ ਇੰਨਾ ਟੌਪਿਕ ਕਰ ਲਿਆ ਸੀ ਤੇ ਆਪਾਂ ਨੂੰ ਹਜੇ ਤੱਕ ਇਹ ਚੀਜ਼ ਪਤਾ ਲੱਗੀ ਸੀ ਕਿ ਜਿਹੜੀ ਅਗਰ ਕੋਈ ਰਿਐਕਸ਼ਨ ਰਿਡੌਕਸ ਰਿਐਕਸ਼ਨ ਹੈ ਤਾਂ ਮਤਲਬ ਉਸ ਇੱਕੋ ਹੀ ਰਿਐਕਸ਼ਨ ਦੇ ਵਿੱਚ ਆਕਸੀਡੇਸ਼ਨ ਵੀ ਹੋਏਗੀ ਐਂਡ ਰਿਡਕਸ਼ਨ ਵੀ ਹੋਏਗੀ। ਸੋ ਆਪਾਂ ਰਿਡੌਕਸ ਰਿਐਕਸ਼ਨ ਨੂੰ ਡਿਫਾਈਨ ਕਰ ਸਕਦੇ ਹਾਂ that the reaction in which oxidation and reduction both takes place simultaneously। मतलब एक ही रिएक्शन दे विच ऑक्सीडेशन भी होवे, मतलब एडिशन ऑफ इलैक्ट्रॉन्स भी हो रहे हैं, तो इको ही रिएक्शन दे विच रिडक्शन भी हुंदी है, तो लॉस ऑफ इलैक्ट्रॉन्स भी हुंदे है। सो इस टॉपिक तो बाद जिहड़ा अपना नैक्सट टॉपिक आंदा वो हैगा ऑक्सीडेशन नंबर। हुण ऑक्सीडेशन नंबर दे वर्ड नूं समझण लईए आपां नूं पहले इत्थों दा ये क्लीयर हो रहा कि कोई नंबर है। हुण आपां ने देखना ऑक्सीडेशन नंबर जिन्हों कि आपां ऑक्सीडेशन स्टेट भी कहने हैं। सो ये डेफिनेशन है द चार्ज नंबर है। सो ये की हैगा एक तरह का चार्ज विच एन एटम ऑफ द एलीमेंट, मतलब एक एलीमेंट है, अगर आपां वो पूरे एलीमेंट दे विचों एक एटम लै रहे हैं, मतलब हाइड्रोजन एटम एग्जांपल, अगर मैं हाइड्रोजन एटम कंसीडर किया दैन ਉਹਦੇ ਉੱਪਰ जो चार्ज होएगा ਆਪਾਂ ਨੂੰ पता हाइड्रोजन ਦੇ ਉੱਪਰ ਕੀ चार्ज ਹੁੰਦਾ +1। सो ਆਪਾਂ ਕੀ ਕਹਿ ਸਕਦੇ ਹਾਂ, ਜਿਹੜੇ ऑक्सीडेशन नंबर होएगा, ऑक्सीडेशन नंबर ऑफ H पॉजिटिव इज इक्वल्स टू +1। सो इस लाइन का मतलब की होया, द चार्ज विच एन एटम ऑफ द एलीमेंट हैज़ इन इट्स आयन, मतलब या तो आयनिक फॉर्म दे विच होवे और या दूसरे पासे की हो सकता है appears to have when present in combined state of atoms, या फिर वो कंबाइन होया होवे। जिवें कि एग्जांपल HCl, ਇਹਦੇ ਵਿੱਚ अगर ਆਪਾਂ ऑक्सीडेशन स्टेट देखिए कि अपने कोल दो एटम्स ने, ऑक्सीडेशन नंबर ऑफ हाइड्रोजन एंड ऑक्सीडेशन नंबर ऑफ क्लोरीन। हाइड्रोजन का ऑक्सीडेशन नंबर की है +1 एंड क्लोरीन का -1। सो डेफिनेशन पूरी आपां यही दो एग्जांपल्स, मोस्ट सिंपलेस्ट एग्जांपल कि एक कल्ला कोई आपां ने एटम लिया इन आयनिक फॉर्म तो एक आपां ने उन्होंने किसी होर एटम के नाल कंबाइन करके कंबाइन फॉर्म दे विच लिया। सो अपनी ओवरऑल डेफिनेशन की बन गई, चार्ज दोनों के उपर चार्ज है, जिवें इहदे उपर H पॉजिटिव है
ਜਦੋਂ ਇਹਨੂੰ ਸਪਲਿਟ ਕਰਦੇ ਹਾਂ ਦੈਨ ਕੀ ਬਣਦਾ H positive and Cl negative. So the charge which an atom of the element has in its ionic form or appears to have when present in combined form. So these three are the key words ਪੂਰੀ definition ਦੇ ਵਿੱਚ ਕਿ ਇਹ ਇੱਕ ਚਾਰਜ ਹੁੰਦਾ ਹੈ ਜਾਂ ਤਾਂ ਆਇਨਿਕ ਫਾਰਮ ਦੇ ਵਿੱਚ ਜਾਂ ਫਿਰ ਕੰਬਾਈਨਡ ਫਾਰਮ ਦੇ ਵਿੱਚ। ਹੈਲੋ ਸਟੂਡੈਂਟਸ, ਵੈਲਕਮ ਟੂ ਟੀਵੀ ਸਕੂਲ। ਆਪਾਂ ਸਟਾਰਟ ਕਰਨ ਜਾ ਰਹੇ ਹਾਂ ਕਲਾਸ +1 ਦੀ ਕੈਮਿਸਟਰੀ ਦੀ ਯੂਨਿਟ ਨੰਬਰ 9 ਵਿਚ ਇਜ਼ ਹਾਈਡਰੋਜਨ। ਸੋ ਹਾਈਡਰੋਜਨ ਜਿਹੜੀ ਯੂਨਿਟ ਹੈਗੀ ਹੈ ਕਾਫੀ ਈਜ਼ੀ ਹੈ, ਛੋਟੀ ਵੀ ਹੈ ਐਜ਼ ਕੰਪੇਅਰ ਟੂ ਅਗਰ ਆਪਾਂ ਬਾਕੀ ਯੂਨਿਟਸ ਦੇਖੀਏ ਲਾਈਕ ਨੈਕਸਟ ਵਾਲੀਆਂ ਜਿਹੜੀਆਂ ਯੂਨਿਟਸ ਨੇ ਪੀ ਬਲੋਕ ਐਸ ਬਲੋਕ ਉਹ ਲੈਂਥੀ ਨੇ ਐਜ਼ ਕੰਪੇਅਰ ਟੂ ਇਹ ਵਾਲੀ ਯੂਨਿਟ। ਅਤੇ ਇਹ ਵਾਲੀ ਯੂਨਿਟ ਦੇ ਵਿੱਚੋਂ ਜਿਹੜਾ ਆਪਣਾ ਪੇਪਰ ਆਉਂਦਾ ਉਹ ਵੀ ਮਤਲਬ ਘੱਟ ਮਾਰਕਸ ਦਾ ਆਉਂਦਾ, ਘੱਟ ਕੰਜ਼ਿਊਮ ਕਰਦਾ ਹੈ ਚੈਪਟਰ ਮਾਰਕਸ ਦੀ ਡਿਸਟਰੀਬਿਊਸ਼ਨ ਨੂੰ। ਸੋ ਅਗਰ ਆਪਾਂ ਨੇਮ ਤੋਂ ਕਲੀਅਰ ਕਰੀਏ ਤਾਂ ਸਭ ਨੂੰ ਪਤਾ ਹੈ, ਜਿਹੜਾ ਵੀ ਕੋਈ ਕੈਮਿਸਟਰੀ ਪੜ੍ਹ ਰਿਹਾ ਸਭ ਨੂੰ ਪਤਾ ਹੈ ਦੈਟ ਹਾਈਡਰੋਜਨ ਇਜ਼ ਦਾ ਨੰਬਰ 1 ਐਲੀਮੈਂਟ ਆਫ ਪੀਰੀਓਡਿਕ ਟੇਬਲ। ਸੋ ਆਪਾਂ ਅੱਜ ਸਟੱਡੀ ਕਰਾਂਗੇ ਕਿ ਅੱਜ ਆਪਾਂ ਬੇਸਿਕ ਦੇਖਾਂਗੇ ਸਭ ਕੁਝ ਕਿ ਹਾਈਡਰੋਜਨ ਕਿਸ ਤਰ੍ਹਾਂ ਦਾ ਹੁੰਦਾ, ਉਹਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਕੀ ਹੁੰਦੀ ਹੈ, ਕੀ ਐਟੋਮਿਕ ਮਾਸ ਹੁੰਦਾ, ਕਿੰਨੇ ਨਿਊਟਰੋਨਸ ਹੁੰਦੇ ਆ, ਕਿੰਨੇ ਪ੍ਰੋਟੋਨਸ ਹੁੰਦੇ ਆ, ਕਿਹਦੇ ਵਰਗਾ ਹੁੰਦਾ ਐਂਡ ਕਿਹਦੇ ਨਾਲ ਉਹਦੇ ਕਿਸ ਤਰ੍ਹਾਂ ਦੇ ਡਿਫਰੈਂਸਿਸ ਆਉਂਦੇ ਆ। ਸੋ ਆਪਾਂ ਸਟਾਰਟ ਕਰਦੇ ਹਾਂ ਯੂਨਿਟ ਨੰਬਰ 9 ਹਾਈਡਰੋਜਨ। ਸੋ ਹਾਈਡਰੋਜਨ ਦਾ ਐਟੋਮਿਕ ਨੰਬਰ ਕੀ ਹੁੰਦਾ? ਐਟੋਮਿਕ ਨੰਬਰ ਇਜ਼ 1। ਐਟੋਮਿਕ ਨੰਬਰ 1 ਇਜ਼ ਹਾਈਡਰੋਜਨ। ਤੇ ਹੁਣ ਅਗਰ ਆਪਾਂ ਦੇਖੀਏ ਕਿ ਹਾਈਡਰੋਜਨ ਵਰਡ ਕਿੱਥੋਂ ਬਣਿਆ, ਜਿਹੜਾ ਹਾਈਡਰੋਜਨ ਵਰਡ ਹੈ ਇਹ ਦੋ ਵਰਡਸ ਦੇ ਕੰਬੀਨੇਸ਼ਨ ਤੋਂ ਬਣਿਆ, ਹਾਈਡਰੋ ਪਲਸ ਜਨ, ਜਿਨ੍ਹਾਂ ਨੂੰ ਕਿ ਮਿਲ ਕੇ ਬਣਿਆ ਹਾਈਡਰੋਜਨ। ਅਗਰ ਆਪਾਂ ਮਤਲਬ ਦੇਖੀਏ ਕਿ ਗ੍ਰੀਕ ਵਰਡਿੰਗ ਦੇ ਅਕੋਰਡਿੰਗਲੀ ਜਿਹੜਾ ਇਹਨਾਂ ਦਾ ਮਤਲਬ ਹੈਗਾ ਉਹ ਕੀ ਹੈ, ਦੈਨ ਹਾਈਡਰੋ ਦਾ ਮਤਲਬ ਹੁੰਦਾ ਵਾਟਰ, ਹਾਈਡਰੋ ਮੀਨਸ ਵਾਟਰ ਐਂਡ ਜਨ ਮੀਨਸ ਪ੍ਰੋਡਿਊਸਿੰਗ। ਜਿਹੜਾ ਹਾਈਡਰੋਜਨ ਵਰਡ ਹੈ ਇਹਦਾ ਮਤਲਬ ਹੈ ਕਿ ਇਹਨੇ ਵਾਟਰ ਨੂੰ ਪ੍ਰੋਡਿਊਸ ਕਰਨ ਦੇ ਵਿੱਚ ਹੈਲਪ ਕਰਦਾ ਹੈ। ਆਪਾਂ ਨੂੰ ਸਭ ਕੁਝ ਪਤਾ ਹੈ, ਇੰਨੀ ਚੀਜ਼ ਤਾਂ ਸਭ ਨੂੰ ਪਤਾ ਹੈ ਕਿ ਜਿਹੜਾ ਵਾਟਰ ਹੈਗਾ ਉਹਦੀ ਫਾਰਮੇਸ਼ਨ ਹਾਈਡਰੋਜਨ ਪਲਸ ਆਕਸੀਜਨ ਤੋਂ ਹੁੰਦੀ ਹੈ। ਮਤਲਬ ਕਿ ਆਪਾਂ ਨੂੰ ਆਕਸੀਜਨ ਚਾਹੀਦੀ ਹੈ, ਅਗਰ ਆਕਸੀਜਨ ਦੇ ਵਿੱਚ ਆਪਾਂ ਹਾਈਡਰੋਜਨ ਨੂੰ ਐਡ ਕਰ ਦਈਏ ਤਾਂ ਆਪਣੇ ਕੋਲ ਕਿਹਦੀ ਫਾਰਮੇਸ਼ਨ ਹੋ ਜਾਂਦੀ ਹੈ? ਵਾਟਰ। ਸੋ ਜਿਹੜਾ ਹਾਈਡਰੋਜਨ ਵਰਡ ਬਣਿਆ ਉਹ ਵੀ ਇਹੀ ਚੀਜ਼ ਨੂੰ ਦੇਖ ਕੇ ਬਣਿਆ ਕਿ ਹਾਈਡਰੋਜਨ ਤੋਂ ਆਪਾਂ ਵਾਟਰ ਦੀ ਫਾਰਮੇਸ਼ਨ ਕਰ ਸਕਦੇ ਹਾਂ। ਸੋ ਵਾਟਰ ਪ੍ਰੋਡਿਊਸਿੰਗ। ਐਂਡ ਜਿਹੜਾ ਇਹ ਹਾਈਡਰੋਜਨ ਹੈਗਾ ਇਹ ਲਾਈਟੈਸਟ ਐਲੀਮੈਂਟ ਹੁੰਦਾ, ਲਾਈਟੈਸਟ ਮੀਨਸ ਹਲਕਾ, ਜਿਹੜਾ ਇਹਦਾ ਨੇਚਰ ਹੈਗਾ। ਐਂਡ ਅਗਰ ਆਪਾਂ ਇਹਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਦੇਖੀਏ ਐਟੋਮਿਕ ਨੰਬਰ 1 ਹੈ, ਸੋ ਇਹਦੇ ਵਿੱਚ 1s ਤੇ ਉਹਦੇ ਵਿੱਚ 1 ਇਲੈਕਟ੍ਰੋਨ ਫਿਲ ਹੋਏਗਾ। ਆਪਾਂ ਨੂੰ ਪਤਾ ਹੈ ਕਿ 1s ਦੇ ਵਿੱਚ ਇੱਕ ਹੀ ਬਲੌਕ ਹੁੰਦਾ ਐਂਡ ਉਹਦੇ ਵਿੱਚ ਜਦੋਂ 1 ਇਲੈਕਟ੍ਰੋਨ ਹਾਈਡਰੋਜਨ ਐਟਮ ਹੈ ਸੋ 1 ਇਲੈਕਟ੍ਰੋਨ ਹੋਏਗਾ ਉਹਦੇ ਕੋਲ। ਸੋ ਜਿਹੜਾ ਉਹਦਾ 1 ਇਲੈਕਟ੍ਰੋਨ ਹੈ ਉਹ 1s ਸ਼ੈਲ ਦੇ ਵਿੱਚ ਫਿਲ ਹੁੰਦਾ। ਸੋ ਇਹਦੀ ਕਨਫੀਗਰੇਸ਼ਨ ਕੀ ਹੁੰਦੀ ਹੈ ਆਪਣੇ ਕੋਲ? 1s1। ਇੱਕ ਹੋਰ ਚੀਜ਼ ਇਹਦੇ ਵਿੱਚ ਇੰਪੋਰਟੈਂਟ ਜਿਹੜੀ ਬੇਸਿਕ ਬਿਲਕੁਲ ਪਤਾ ਹੋਣੀ ਚਾਹੀਦੀ ਹੈ ਕਿ ਹਾਈਡਰੋਜਨ ਲਾਈਕ ਜਿਹੜਾ ਹਾਈਡਰੋਜਨ ਹੈਗਾ ਉਹ ਆਪਾਂ ਇਸ ਤਰ੍ਹਾਂ ਨਹੀਂ ਲਿਖਦੇ, ਹਾਈਡਰੋਜਨ ਆਲਵੇਜ਼ ਆਪਾਂ H2 ਫਾਰਮ ਦੇ ਵਿੱਚ ਹੀ ਲਿਖਦੇ ਆ। ਜਿਹੜਾ H2 ਹੈ ਮਤਲਬ ਕਿ ਇਹ ਕੀ ਹੈਗਾ? ਡਾਇਐਟੋਮਿਕ ਫਾਰਮ ਦੇ ਵਿੱਚ ਐਗਜ਼ਿਸਟ ਕਰ ਰਿਹਾ। ਡਾਇਐਟੋਮਿਕ ਮੀਨਸ H ਦੋਨਾਂ ਦੇ ਇੱਕ ਇਲੈਕਟ੍ਰੋਨ, ਦੋਨਾਂ ਕੋਲ ਇੱਕ ਇਲੈਕਟ੍ਰੋਨ ਹੈਗਾ, ਜਿਵੇਂ ਕਿ ਇਹ ਵਾਲਾ ਇਲੈਕਟ੍ਰੋਨ ਇੱਕ ਹਾਈਡਰੋਜਨ ਕੋਲ ਐਂਡ ਉਸੇ ਤਰ੍ਹਾਂ ਦੂਸਰੇ ਹਾਈਡਰੋਜਨ ਕੋਲ ਵੀ ਇੱਕ ਇਲੈਕਟ੍ਰੋਨ। ਜਦੋਂ ਹੀ ਇਲੈਕਟ੍ਰੋਨਸ ਦੀ ਸ਼ੇਅਰਿੰਗ ਹੁੰਦੀ ਹੈ ਤਾਂ ਦੋਨਾਂ ਦੇ ਵਿੱਚ ਕਿਹੜਾ ਬੌਂਡ ਬਣਦਾ ਹੈ? ਕੋਵੈਲੈਂਟ ਬੌਂਡ। ਐਂਡ ਦੋਨਾਂ ਨੂੰ ਮਿਲਾ ਕੇ ਜਿਹੜਾ ਆਪਣੇ ਕੋਲ ਓਵਰਆਲ ਮੋਲੀਕਿਊਲ ਬਣਦਾ ਦੈਟ ਇਜ਼ H2। ਸੋ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਹਾਈਡਰੋਜਨ ਹੈਗਾ ਉਹ ਮੇਨਲੀ ਐਗਜ਼ਿਸਟ ਕਰਦਾ ਇਨ ਡਾਇਐਟੋਮਿਕ ਫਾਰਮ, ਮਤਲਬ ਕਿ ਹਾਈਡਰੋਜਨ ਹਮੇਸ਼ਾ H2 ਫਾਰਮ ਦੇ ਵਿੱਚ ਐਗਜ਼ਿਸਟ ਕਰਦਾ। ਸੋ ਇਹ ਜਿਹੜੀਆਂ ਮੇਨ ਚੀਜ਼ਾਂ ਬਿਲਕੁਲ ਪਤਾ ਹੁੰਦੀਆਂ ਨੇ ਵੈਸੇ ਹਰ ਇੱਕ ਨੂੰ, ਜੋ ਬਿਲਕੁਲ ਬੇਸਿਕ ਹੈਗਾ ਇਹਦੇ ਬਾਰੇ ਦੈਟ ਹਾਈਡਰੋਜਨ ਦਾ ਐਟੋਮਿਕ ਨੰਬਰ 1 ਹੁੰਦਾ ਐਂਡ ਦੋ ਵਰਡ ਦੇ ਕੰਬੀਨੇਸ਼ਨ ਤੋਂ ਬਣਿਆ ਹਾਈਡਰੋ ਐਂਡ ਜਨ ਮੀਨਸ ਕਿ ਵਾਟਰ ਪ੍ਰੋਡਿਊਸਿੰਗ ਕੈਪੇਬਿਲਿਟੀ ਹੁੰਦੀ ਹੈ ਇਹਦੇ ਕੋਲ। ਤੇ ਆਪਾਂ ਫਿਰ ਫਰਦਰ ਇਹ ਵੀ ਐਕਸਪਲੇਨ ਕਰ ਸਕਦੇ ਹਾਂ ਦੈਟ ਵਾਟਰ ਪ੍ਰੋਡਿਊਸਿੰਗ ਇਹਦੀ ਕੈਪੇਬਿਲਿਟੀ ਕਿਸ ਅਕੋਰਡਿੰਗਲੀ ਹੁੰਦੀ ਹੈ। ਮਤਲਬ ਕਿ ਜਿਵੇਂ ਆਪਣੇ ਕੋਲ ਹਾਈਡਰੋਜਨ ਅਵੇਲੇਬਲ ਹੈ ਐਂਡ ਆਕਸੀਜਨ ਅਵੇਲੇਬਲ ਹੈ, ਜਦੋਂ ਆਪਾਂ ਦੋਵਾਂ ਨੂੰ ਐਡ ਕਰਦੇ ਹਾਂ ਤਾਂ ਆਪਣੇ ਕੋਲ ਵਾਟਰ ਦੀ ਫਾਰਮੇਸ਼ਨ ਹੁੰਦੀ ਹੈ। ਐਂਡ ਲਾਸਟ ਜਿਹੜੀ ਯੂਨਿਟ ਸੀਗੀ ਰਿਡੌਕਸ ਰਿਐਕਸ਼ਨਸ, ਉਹਦੇ ਵਿੱਚ ਆਪਾਂ ਪ੍ਰੋਪਰ ਬੈਲੈਂਸਿੰਗ ਵੀ ਕੀਤੀ ਹੈ। ਸੋ ਉਸ ਵੇ ਦੇ ਵਿੱਚ ਅਗਰ ਆਪਾਂ ਦੇਖੀਏ ਤਾਂ ਜਿਹੜੀ ਵਾਟਰ ਦੀ ਪ੍ਰੋਡਕਸ਼ਨ ਹਾਈਡਰੋਜਨ ਤੋਂ ਹੁੰਦੀ ਹੈ ਤਾਂ ਆਪਣੀ ਓਵਰਆਲ ਰਿਐਕਸ਼ਨ ਬਣਦੀ ਹੈ 2H2 plus O2 give rise to 2 molecules of water। ਹੈਲੋ ਸਟੂਡੈਂਟਸ, ਵੈਲਕਮ ਟੂ ਟੀਵੀ ਸਕੂਲ। ਆਪਾਂ ਕਰ ਰਹੇ ਹਾਂ ਕਲਾਸ +1 ਦੀ ਕੈਮਿਸਟਰੀ ਐਂਡ ਉਹਦੇ ਅੰਡਰ ਆਪਾਂ ਅੱਜ ਸਟਾਰਟ ਕਰਨ ਜਾ ਰਹੇ ਹਾਂ ਯੂਨਿਟ ਨੰਬਰ 10 which is S block elements।
एस ब्लॉक एलीमेंट्स है ਜਿਹੜੇ अगर ਆਪਾਂ पीरियोडिक टेबल ਨੂੰ ਦੇਖੀਏ ਤਾਂ ਉਹਦੇ ਵਿੱਚ ਜਿਹੜਾ ਫਸਟ ਮਤਲਬ ਜਿਹੜੇ ਜਿਵੇਂ ਸਾਈਡਸ ਹੁੰਦੀਆਂ ਇਸ ਤਰ੍ਹਾਂ ਨਾਲ ਜਿਹੜਾ ਪੀਰੀयोडिक ਟੇਬਲ ਹੈ ਉਹ ਬਣਾਇਆ ਗਿਆ ਉਹਨਾਂ ਵਿੱਚ ਜਿਹੜੀ ਇੱਧਰ ਵਾਲੀ ਸਾਈਡ ਵਾਲੇ ਐਲੀਮੈਂਟਸ ਹੁੰਦੇ ਆ ਉਹ ਹੁੰਦੇ ਆ ਐਸ ਬਲੌਕ ਐਲੀਮੈਂਟਸ ਐਂਡ ਇਸ ਸਾਈਡ ਜਿਹੜੇ ਸੈਂਟਰ ਵਿੱਚ ਹੁੰਦੇ ਆ ਉਹ ਹੁੰਦੇ ਆ ਡੀ ਬਲੌਕ ਐਲੀਮੈਂਟਸ ਐਂਡ ਇਸ ਸਾਈਡ ਵਾਲੇ ਹੁੰਦੇ ਆ ਪੀ ਬਲੌਕ ਐਲੀਮੈਂਟਸ ਐਂਡ ਇਹਦੇ ਨੀਚੇ ਦੋ ਡਿਫਰੈਂਟ ਰੋਜ਼ ਹੁੰਦੀਆਂ ਨੇ ਜਿਹੜੀਆਂ ਕਿ ਹੁੰਦੀਆਂ ਨੇ ਐਫ ਬਲੌਕ ਐਲੀਮੈਂਟਸ ਨੂੰ ਉਹ ਰਿਪਰੈਜ਼ੈਂਟ ਕਰਦੀਆਂ ਸੋ ਇਹ ਓਵਰਆਲ ਪੀਰੀयोडिक ਟੇਬਲ ਹੁੰਦਾ ਜਿਹਨੂੰ ਕਿ 4 ਬਲੌਕ ਐਲੀਮੈਂਟਸ ਦੇ ਵਿੱਚ ਡਿਵਾਈਡ ਕੀਤਾ ਹੁੰਦਾ ਇਸ ਸਾਈਡ ਵਾਲੇ ਐਲੀਮੈਂਟਸ ਹੁੰਦੇ ਆ ਐਸ ਬਲੌਕ ਐਲੀਮੈਂਟਸ ਉਸ ਸਾਈਡ ਵਾਲੇ ਹੁੰਦੇ ਆ ਪੀ ਬਲੌਕ ਐਲੀਮੈਂਟਸ ਐਂਡ ਜਿਹੜੇ ਇਨ ਬਿਟਵੀਨ ਹੁੰਦੇ ਆ ਡੀ ਬਲੌਕ ਐਲੀਮੈਂਟਸ ਜਿਹੜੇ ਕਿ ਐਸ ਐਂਡ ਪੀ ਦੇ ਮਤਲਬ ਜਿਹੜੀਆਂ ਪ੍ਰੋਪਰਟੀਜ਼ ਨੇ ਉਹਨਾਂ ਦਾ ਮਿਕਸਚਰ ਸ਼ੋ ਕਰਦੇ ਆ ਲਾਸਟ ਵਿੱਚ ਨੀਚੇ ਦੋ ਰੋਜ਼ ਲਿਖੀਆਂ ਹੁੰਦੀਆਂ ਨੇ ਉਹ ਹੁੰਦੇ ਨੇ ਐਫ ਬਲੌਕ ਐਲੀਮੈਂਟਸ ਤੇ ਅੱਜ ਦਾ ਆਪਣਾ ਚੈਪਟਰ ਹੈਗਾ ਐਸ ਬਲੌਕ ਐਲੀਮੈਂਟ ਤੇ ਉਹ ਇਸ ਸਾਈਡ ਵਾਲੇ ਮਤਲਬ ਜੋ ਵੀ ਐਲੀਮੈਂਟਸ ਨੇ ਆਪਾਂ ਉਹ ਸਾਰੇ ਇਸ ਯੂਨਿਟ ਦੇ ਵਿੱਚ ਸਟੱਡੀ ਕਰਾਂਗੇ ਅਗਰ ਆਪਾਂ ਐਸ ਬਲੌਕ ਐਲੀਮੈਂਟ ਨੂੰ ਕੰਸੀਡਰ ਕਰੀਏ ਤਾਂ ਐਸ ਬਲੌਕ ਐਲੀਮੈਂਟਸ ਦੇ ਵਿੱਚ ਮੇਨਲੀ ਜਿਹੜੇ ਹੁੰਦੇ ਨੇ ਟੂ ਕੈਟੇਗਰੀਜ਼ ਦੇ ਵਿੱਚ ਆਪਾਂ ਇਹਨਾਂ ਨੂੰ ਸਬ ਡਿਵਾਈਡ ਕਰ ਸਕਦੇ ਹਾਂ ਉਹਦੇ ਵਿੱਚ ਜਿਹੜੀ ਫਰਸਟ ਕੈਟੇਗਰੀ ਹੈਗੀ ਹੈ ਉਹ ਹੈਗੇ ਅਲਕਲੀ ਮੈਟਲਸ ਐਂਡ ਅਨਦਰ ਕੈਟੇਗਰੀ ਇਜ਼ ਅਲਕਲਾਈਨ ਅਰਥ ਮੈਟਲ ਇਹ ਦੋ ਤਰ੍ਹਾਂ ਦੀਆਂ ਕੈਟੇਗਰੀਜ਼ ਦੇ ਵਿੱਚ ਆਪਾਂ ਐਸ ਬਲੌਕ ਐਲੀਮੈਂਟਸ ਨੂੰ ਡਿਵਾਈਡ ਕਰ ਸਕਦੇ ਹਾਂ ਜਿਹੜੇ ਅਲਕਲੀ ਮੈਟਲਸ ਹੁੰਦੇ ਨੇ ਉਹ ਹੁੰਦੇ ਨੇ ਲਾਈਕ ਹਾਈਡਰੋਜਨ ਲੀਥੀਅਮ ਸੋਡੀਅਮ ਪੋਟਾਸ਼ੀਅਮ ਰੂਬੀਡੀਅਮ ਸੀਜ਼ੀਅਮ ਐਂਡ ਫ੍ਰੈਂਸ਼ੀਅਮ ਐਂਡ ਜਿਹੜੇ ਅਲਕਲਾਈਨ ਅਰਥ ਮੈਟਲਸ ਹੁੰਦੇ ਨੇ ਉਹ ਆਪਣੇ ਇਸ ਤੋਂ ਅੱਗੇ ਮੀਨਸ ਲੀਥੀਅਮ ਤੋਂ ਬਾਅਦ ਬੈਰੀਲੀਅਮ ਸੋਡੀਅਮ ਤੋਂ ਬਾਅਦ ਮੈਗਨੀਸ਼ੀਅਮ ਕੈਲਸ਼ੀਅਮ ਇਸ ਤਰ੍ਹਾਂ ਨਾਲ ਜਿਹੜੇ ਹੈਗੇ ਨੇ ਲਾਸਟ ਆਉਂਦਾ ਆਪਣਾ ਰੇਡੀਅਮ ਮੀਨਸ ਕਿ ਫ੍ਰੈਂਸ਼ੀਅਮ ਤੋਂ ਬਾਅਦ ਰੇਡੀਅਮ ਇੱਥੇ ਤੱਕ ਆਪਣੇ ਇਹ ਅਲਕਲਾਈਨ ਅਰਥ ਮੈਟਲਸ ਚੱਲਦੇ ਆ ਹੁਣ ਆਪਾਂ ਨੇ ਇਸ ਯੂਨਿਟ ਦੇ ਵਿੱਚ ਮੇਨਲੀ ਆਪਾਂ ਜਿੱਥੋਂ ਯੂਨਿਟ ਨੂੰ ਸਟਾਰਟ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਐਸ ਬਲੌਕ ਐਲੀਮੈਂਟ ਨੂੰ ਦੱਸਾਂਗੇ ਕਿ ਐਸ ਬਲੌਕ ਐਲੀਮੈਂਟਸ ਕੀ ਹੁੰਦੇ ਨੇ ਉਸ ਤੋਂ ਬਾਅਦ ਆਪਾਂ ਉਹਦੇ ਵਿੱਚ ਅਲਕਲੀ ਮੈਟਲਸ ਨੂੰ ਕੰਸੀਡਰ ਕਰਾਂਗੇ ਫਿਰ ਆਪਾਂ ਅਲਕਲੀ ਮੈਟਲਸ ਦੀ ਹਰ ਇੱਕ ਪ੍ਰੋਪਰਟੀ ਨੂੰ ਡਿਟੇਲ ਦੇ ਵਿੱਚ ਪੜਾਂਗੇ ਉਹਦੀਆਂ ਫਿਜ਼ੀਕਲ ਪ੍ਰੋਪਰਟੀਜ਼ ਪੜਾਂਗੇ ਐਂਡ ਆਫਟਰ ਦੈਟ ਉਹਦੀਆਂ ਕੈਮੀਕਲ ਪ੍ਰੋਪਰਟੀਜ਼ ਕਿ ਲਾਈਕ ਉਹ ਵਾਟਰ ਨਾਲ ਜਾਂ ਸਿੰਪਲੀ ਅਗਰ ਆਪਾਂ ਐਸਿਡਸ ਨਾਲ ਰਿਐਕਟ ਕਰਵਾਉਂਦੇ ਆ ਤਾਂ ਇਹ ਕਿਵੇਂ ਰਿਐਕਟ ਕਰਦੇ ਆ ਜਾਂ ਫਿਰ ਕੋਈ ਹੋਰ ਸਪੈਸ਼ਲ ਪ੍ਰੋਪਰਟੀਜ਼ ਅਗਰ ਇਹ ਸ਼ੋ ਕਰਦੇ ਹੋਣਗੇ ਹੈਲੋ ਸਟੂਡੈਂਟਸ ਵੈਲਕਮ ਟੂ ਟੀਵੀ ਸਕੂਲ ਆਪਾਂ ਸਟਾਰਟ ਕਰਨ ਜਾ ਰਹੇ ਹਾਂ ਅੱਜ ਕਲਾਸ +1 ਦੀ ਕੈਮਿਸਟਰੀ ਉਹਦੇ ਅੰਡਰ ਯੂਨਿਟ ਨੰਬਰ 11 ਵਿਚ ਇਜ਼ ਪੀ ਬਲੌਕ ਐਲੀਮੈਂਟਸ ਜਿਵੇਂ ਆਪਾਂ ਲਾਸਟ ਯੂਨਿਟ ਕੀਤੀ ਸੀਗੀ ਐਸ ਬਲੌਕ ਐਲੀਮੈਂਟ ਸਿਮਿਲਰ ਵੇ ਦੇ ਹੀ ਵਿੱਚ ਹੁਣ ਆਪਾਂ ਉਹੀ ਸਭ ਕੁਝ ਹੀ ਪੜ੍ਹਨਾ ਮੀਨਸ ਉਹੀ ਸਾਰੀਆਂ ਪ੍ਰੋਪਰਟੀਜ਼ ਮੈਟੈਲਿਕ ਨਾਨ ਮੈਟੈਲਿਕ ਜਾਂ ਫਿਰ ਅਟੋਮਿਕ ਰੇਡੀਆਈ ਆਕਸੀਡੇਸ਼ਨ ਸਟੇਟਸ ਇਲੈਕਟ੍ਰੋਪੋਜ਼ਿਟਿਵਿਟੀ ਇਲੈਕਟ੍ਰੋਨੈਗੇਟਿਵਿਟੀ ਉਹੀ ਸਾਰੀਆਂ ਪ੍ਰੋਪਰਟੀਜ਼ ਪੜ੍ਹਨੀਆਂ ਨੇ ਬਟ ਹੁਣੇ ਆਪਾਂ ਚੀਜ਼ਾਂ ਦੇਖਾਂਗੇ ਪੀ ਬਲੌਕ ਦੇ ਕੇਸ ਦੇ ਵਿੱਚ ਮਤਲਬ ਕਿ ਪੀ ਬਲੌਕ ਐਲੀਮੈਂਟਸ ਦੇ ਕੇਸ ਦੇ ਵਿੱਚ ਦੇਖਾਂਗੇ ਸੋ ਜੇ ਆਪਾਂ ਇਹ ਚੀਜ਼ ਪਹਿਲਾਂ ਵੀ ਕੀਤੀ ਹੈ ਕਿ ਲਾਈਕ ਅਗਰ ਇਹ ਪੀਰੀयोडिक ਟੇਬਲ ਹੈਗਾ ਇਹਦੇ ਇਨ ਬਿਟਵੀਨ ਵਾਲੇ ਹੁੰਦੇ ਆ ਡੀ ਬਲੌਕ ਐਲੀਮੈਂਟਸ ਐਂਡ ਇਸ ਸਾਈਡ ਵਾਲੇ ਹੁੰਦੇ ਐਸ ਬਲੌਕ ਐਲੀਮੈਂਟਸ ਜਿਹੜੇ ਕਿ ਹੁਣ ਤੱਕ ਆਪਾਂ ਡਿਸਕਸ ਕੀਤੇ ਸੀ ਲਾਸਟ ਯੂਨਿਟ ਦੇ ਵਿੱਚ ਮੀਨਸ ਕਿ ਇੱਥੇ ਹਾਈਡਰੋਜਨ ਤੋਂ ਸਟਾਰਟ ਹੁੰਦੇ ਆ ਤੇ ਹਾਈਡਰੋਜਨ ਵਾਲੀ ਮਤਲਬ ਗਰੁੱਪ 1 ਤੇ ਗਰੁੱਪ 2 ਐਲੀਮੈਂਟਸ ਨੇ ਜਿਹੜੇ 2000 ਐਸ ਬਲੌਕ ਐਲੀਮੈਂਟਸ ਤੇ ਇੱਧਰ ਵਾਲੀ ਸਾਈਡ ਤੇ ਹੁੰਦੇ ਆ ਪੀ ਬਲੌਕ ਐਲੀਮੈਂਟਸ ਲਾਸਟ ਦੇ ਉੱਪਰ ਦੋ ਰੋਜ਼ ਹੁੰਦੀਆਂ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ ਐਫ ਬਲੌਕ ਐਲੀਮੈਂਟਸ ਸੋ ਮਤਲਬ ਕਿ ਆਪਾਂ ਨੇ ਇਸ ਯੂਨਿਟ ਦੇ ਵਿੱਚ ਇਸ ਸਾਈਡ ਵਾਲੇ ਐਲੀਮੈਂਟਸ ਦੀ ਗੱਲ ਕਰਨੀ ਹੈ ਤੇ ਜਿਹੜੇ ਐਲੀਮੈਂਟਸ ਬਣਾਏ ਹੋਏ ਨੇ ਥੀਸ ਆਰ ਪੀ ਬਲੌਕ ਜਿਹੜੀ ਪੀਰੀयोडिक ਟੇਬਲ ਦੀ ਮੇਨਲੀ ਉਹ ਕੀਤੀ ਗਈ ਸੀਗੀ ਕਿ ਹਾਂਜੀ ਆਪਾਂ ਇਸ ਸਾਈਡ ਦੇ ਉੱਪਰ ਇਦਾਂ ਐਸ ਬਲੌਕ ਰੱਖਾਂਗੇ ਇਸ ਸਾਈਡ ਦੇ ਉੱਪਰ ਪੀ ਬਲੌਕ ਐਲੀਮੈਂਟਸ ਰੱਖਾਂਗੇ ਉਹ ਇਹਨਾਂ ਦੀਆਂ ਸਾਰੀਆਂ ਪ੍ਰੋਪਰਟੀਜ਼ ਨੂੰ ਕੰਬਾਈਨ ਕਰਕੇ ਮੀਨਸ ਆਪਾਂ ਨੇ ਇਲੈਕਟ੍ਰੋਨਿਕ ਕਨਫੀਗਰੇਸ਼ਨ ਵੀ ਦੇਖੀ ਟ੍ਰੈਂਡ ਵੀ ਦੇਖੇ ਕਿ ਕਿਹੜੀਆਂ ਫਿਜ਼ੀਕਲ ਪ੍ਰੋਪਰਟੀਜ਼ ਡਾਊਨ ਦਾ ਗਰੁੱਪ ਜਾਂ ਫਿਰ ਅਲੋਂਗ ਦਾ ਪੀਰੀਅਡ ਕਿਵੇਂ ਵੇਰੀ ਕਰਦੀਆਂ ਉਹ ਸਾਰਾ ਕੁਝ ਦੇਖ ਕੇ ਤੇ ਅਟੋਮਿਕ ਜਿਹੜਾ ਹੈਗਾ ਸੀਗਾ ਇਹਨਾਂ ਦਾ ਮਾਸ ਤੇ ਅਟੋਮਿਕ ਨੰਬਰ ਦੇ ਅਕੋਰਡਿੰਗਲੀ ਇਹਨਾਂ ਨੂੰ ਅਰੇਂਜ ਕੀਤਾ ਗਿਆ ਤੇ ਆਪਾਂ ਨੇ ਇਹ ਚੀਜ਼ ਵੀ ਨੋਟ ਕੀਤੀ ਕਿ ਜਿਹੜਾ ਮਾਡਰਨ ਪੀਰੀयोडिक ਟੇਬਲ ਹੈਗਾ ਉਹਦੇ ਵਿੱਚ ਹਰ ਇੱਕ ਐਟਮ ਅਗਲੇ ਵਾਲੇ ਮਤਲਬ ਅੱਗੇ ਜਾਂਦੇ ਉਹਦਾ ਐਟੋਮਿਕ ਨੰਬਰ ਵੀ ਇੰਕਰੀਜ਼ ਕਰ ਰਿਹਾ ਤੇ ਐਟੋਮਿਕ ਮਾਸ ਵੀ ਜਿਵੇਂ ਕਿ ਮਾਡਰਨ ਪੀਰੀयोडिक ਟੇਬਲ ਤੋਂ ਪਹਿਲਾਂ ਮੈਂਡਲੀਵ ਪੀਰੀयोडिक ਟੇਬਲ ਸੀਗਾ ਮੈਂਡਲੀਵ ਨੇ ਕਿਹਾ ਸੀਗਾ ਕਿ ਜਿੰਨੇ ਵੀ ਐਲੀਮੈਂਟਸ ਹੋਣਗੇ ਪੀਰੀयोडिक ਟੇਬਲ ਦੇ ਵਿੱਚ ਦੋਜ਼ ਆਰ ਓਨਲੀ ਦੀ ਪੀਰੀयोडिक ਫੰਕਸ਼ਨ ਆਫ ਐਟੋਮਿਕ ਮਾਸ ਮਤਲਬ ਕਿ ਉਹਨੇ ਸਿਰਫ ਐਟੋਮਿਕ ਮਾਸ ਤੇ ਹੀ ਬੇਸਡ ਦੱਸਿਆ ਕਿ ਅਗਰ ਇੱਕ ਐਲੀਮੈਂਟ ਇੱਥੇ ਪਿਆ ਉਹਦਾ ਐਟੋਮਿਕ ਮਾਸ ਹੈ ਤਾਂ ਉਸ ਤੋਂ ਅਗਲੇ ਦਾ ਐਟੋਮਿਕ ਮਾਸ ਜ਼ਿਆਦਾ ਹੋਏਗਾ ਬਟ ਜਦੋਂ ਐਕਚੁਅਲ ਦੇ ਵਿੱਚ ਉਹਨੇ ਐਲੀਮੈਂਟਸ 20
ਮੀਨਸ ਕਿ ਕੈਲਸ਼ੀਅਮ ਤੱਕ ਜਿਹੜੇ ਐਲੀਮੈਂਟਸ ਪਲੇਸ ਕੀਤੇ ਗਏ। ਮੈਂਡਲੀਵ ਨੇ ਉੱਥੇ ਤੱਕ ਦੇ ਐਲੀਮੈਂਟਸ ਉਹਦੇ ਜਿਵੇਂ ਉਹਨੇ ਜਿੰਨੀਆਂ ਪ੍ਰੋਪਰਟੀਜ਼ ਡਿਫਾਈਨ ਕੀਤੀਆਂ ਉਸ ਵੇ ਨਾਲ ਚੱਲ ਰਿਹਾ ਸੀ। ਬਟ ਜਿਵੇਂ ਜਿਵੇਂ ਆਫਟਰ 20 ਐਲੀਮੈਂਟਸ ਨੂੰ ਫਰਦਰ ਦੇਖਿਆ ਗਿਆ, ਫਰਦਰ ਉਹਨਾਂ ਬਾਰੇ ਪੜ੍ਹਿਆ ਗਿਆ, ਤਾਂ ਇਹ ਚੀਜ਼ ਦੇਖੀ ਗਈ ਕਿ ਸਾਰੇ ਐਲੀਮੈਂਟਸ ਐਗਜ਼ੈਕਟਲੀ ਮੈਂਡਲੀਵ ਨੇ ਸੇਮ ਸਹੀ ਮਤਲਬ ਨਹੀਂ ਰੱਖੇ ਸੀਗੇ। ਅਤੇ ਉਹਨਾਂ ਵਿੱਚ ਕੁਝ ਇਹੋ ਜਿਹੇ ਵੀ ਐਲੀਮੈਂਟ ਸੀਗੇ ਜਿਨ੍ਹਾਂ ਦਾ ਕਿ ਅਟੋਮਿਕ ਮਾਸ ਅਗਲੇ ਐਲੀਮੈਂਟ ਦੇ ਨਾਲੋਂ ਮਤਲਬ ਜ਼ਿਆਦਾ ਹੈਗਾ, ਇੰਕਰੀਜ਼ਿੰਗ ਆਰਡਰ ਦੇ ਵਿੱਚ ਨਹੀਂ ਚੱਲ ਰਿਹਾ। ਸੋ ਦੈਟਸ ਵਾਈ ਉੱਥੇ ਮੈਂਡਲੀਵ ਦੇ ਪੀਰੀਓਡਿਕ ਟੇਬਲ ਦਿੱਤੇ ਹੋਏ ਪੀਰੀਓਡਿਕ ਟੇਬਲ ਦੀਆਂ ਕੁਝ ਲਿਮਿਟੇਸ਼ਨਸ ਆਈਆਂ ਐਂਡ ਫਾਈਨਲੀ ਮਾਡਰਨ ਪੀਰੀਓਡਿਕ ਟੇਬਲ ਬਣਿਆ। ਅਤੇ ਇਹਦੇ ਵਿੱਚ ਸਾਰਾ ਕੁਝ ਜਿਹੜਾ ਹੈਗਾ ਦੋਜ਼ ਆਰ ਦੀ ਪੀਰੀਓਡਿਕ ਫੰਕਸ਼ਨ ਆਫ ਅਟੋਮਿਕ ਨੰਬਰ, ਮੀਨਸ ਕਿ ਨੰਬਰ ਦੇ ਸੀਕੁਐਂਸ ਵਿੱਚ ਚੱਲ ਰਿਹਾ। ਅਗਰ ਬੋਰੋਨ ਇਜ਼ 5th ਐਲੀਮੈਂਟ ਦੈਨ ਡੈਫੀਨੇਟਲੀ ਜਿਹੜਾ ਨੈਕਸਟ ਐਲੀਮੈਂਟ ਹੋਏਗਾ ਉਹ 6th ਹੀ ਹੋਏਗਾ। ਇਹਦੇ ਵਿੱਚ ਕੋਈ ਵੀ ਐਲੀਮੈਂਟ ਇਸ ਤਰ੍ਹਾਂ ਦਾ ਨਹੀਂ ਹੈਗਾ ਕਿ ਇੱਕ ਮਤਲਬ ਅਟੋਮਿਕ ਨੰਬਰ ਪਹਿਲਾਂ ਪਿਆ ਜਾਂ ਇੱਕ ਬਾਅਦ ਵਿੱਚ ਪਿਆ, ਅਤੇ ਇਸੇ ਹੀ ਆਰਡਰ ਦੇ ਵਿੱਚ ਇਹਨਾਂ ਦੇ ਅਟੋਮਿਕ ਮਾਸਿਸ ਵੀ ਚੱਲ ਰਹੇ ਨੇ ਵਿਦਾਊਟ ਐਨੀ ਐਕਸੈਪਸ਼ਨਸ। ਸੋ ਇਹਦੇ ਵਿੱਚ ਪੀ ਬਲੋਕ ਐਲੀਮੈਂਟਸ ਨੇ ਜਿਹੜੇ ਉਹ 13 ਨੰਬਰ ਗਰੁੱਪ ਤੋਂ ਸਟਾਰਟ ਹੁੰਦੇ ਨੇ ਤੇ 18 ਨੰਬਰ ਗਰੁੱਪ ਤੱਕ ਚੱਲਦੇ ਆ। ਸੋ 13 ਗਰੁੱਪ ਐਲੀਮੈਂਟਸ ਕਿਹੜੇ ਨੇ ਜਿਹੜੇ ਕਿ ਬੋਰੋਨ ਤੋਂ ਸਟਾਰਟ ਹੁੰਦੇ ਆ ਐਂਡ ਥੈਲੀਅਮ ਤੱਕ ਜਾਂਦੇ ਆ। ਨੈਕਸਟ ਆਰ 14 ਗਰੁੱਪ ਐਲੀਮੈਂਟਸ ਵਿਚ ਸਟਾਰਟ ਫਰੋਮ ਕਾਰਬਨ ਐਟਮ ਅਟੋਮਿਕ ਨੰਬਰ 6 ਤੇ ਜਾਂਦੇ ਨੇ ਇਹ ਰੂਬੀਡੀਅਮ ਐਟਮ ਤੱਕ। ਉਸ ਤੋਂ ਬਾਅਦ ਆਉਂਦੇ ਆ 15 ਗਰੁੱਪ ਐਲੀਮੈਂਟਸ ਜਿਹੜੇ ਕਿ ਨਾਈਟ੍ਰੋਜਨ ਤੋਂ ਸਟਾਰਟ ਹੋ ਕੇ ਬਿਸਮਥ ਤੱਕ ਜਾਂਦੇ ਨੇ। ਨੈਕਸਟ ਆਰ 16th ਗਰੁੱਪ ਐਲੀਮੈਂਟਸ ਆਕਸੀਜਨ ਤੋਂ ਸਟਾਰਟ ਹੋ ਕੇ ਪੋਲੋਨੀਅਮ ਤੱਕ। ਐਂਡ ਨੈਕਸਟ ਜਾਂਦੇ ਆਪਣੇ ਕੋਲ 17 ਗਰੁੱਪ ਐਲੀਮੈਂਟਸ ਜਿਨ੍ਹਾਂ ਨੂੰ ਕਿ ਆਪਾਂ ਹੈਲੋਜਨਸ ਵੀ ਕਹਿੰਦੇ ਆ, ਤੇ 18 ਗਰੁੱਪ ਐਲੀਮੈਂਟਸ ਨੂੰ ਆਪਾਂ ਨੋਬਲ ਗੈਸਿਸ ਕਹਿੰਦੇ ਆ। ਸੋ ਥੀਜ਼ ਆਰ ਨੋਬਲ ਗੈਸਿਸ ਬਿਕਾਜ਼ ਇਹਨਾਂ ਦੀ ਜਿਹੜੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਆ ਸਟੇਬਲ ਹੁੰਦੀ ਹੈ। 17 ਗਰੁੱਪ ਐਲੀਮੈਂਟਸ ਨੂੰ ਆਪਾਂ ਹੈਲੋਜਨਸ ਕਹਿੰਦੇ ਆ ਐਂਡ 16 ਗਰੁੱਪ ਐਲੀਮੈਂਟਸ ਨੂੰ ਆਪਾਂ ਚੈਲਕੋਜਨਸ ਕਹਿੰਦੇ ਆ। ਸੋ ਇਸ ਤਰ੍ਹਾਂ ਨਾਲ ਗਰੁੱਪ ਦੇ ਬੇਸਡ ਜਿਹੜੀ ਹੈਗੀ ਆ ਇਹਨਾਂ ਦੀ ਡਿਫਰੈਂਸੀਏਸ਼ਨ ਕੀਤੀ ਗਈ। हेलो फ्रेंड्स, मेरा नाम लवलीन सूद एंड मेरा सब्जेक्ट केमिस्ट्री। ਆਪਾਂ ਚੈਪਟਰ ਪੜ੍ਹ ਰਹੇ ਹਾਂ ਆਰਗੈਨਿਕ ਕੈਮਿਸਟਰੀ, ਕਲਾਸ +1 ਦਾ ਚੈਪਟਰ ਹੈ ਜਿਹਦੇ ਵਿੱਚ ਆਪਾਂ ਆਰਗੈਨਿਕ ਕੈਮਿਸਟਰੀ ਦੈਟ ਇਜ਼ ਬੇਸਿਕ ਪ੍ਰਿੰਸੀਪਲਸ ਐਂਡ ਟੈਕਨੀਕਸ ਬਾਰੇ ਪੜ੍ਹਨਾ ਹੈ। ਹੁਣ ਦੇਖੋ ਜਿਹੜਾ ਆਪਾਂ ਚੈਪਟਰ ਕਰ ਰਹੇ ਹਾਂ ਦੈਟ ਇਜ਼ 11 ਚੈਪਟਰ +1 ਦਾ 11 ਚੈਪਟਰ ਹੈ ਉਹ। ਹੁਣ ਇਸ ਚੈਪਟਰ ਜੋ ਆਪਾਂ ਸਟੱਡੀ ਕਰ ਰਹੇ ਹਾਂ ਉਹਦੇ ਵਿੱਚ ਆਪਾਂ ਕੀ ਸਟੱਡੀ ਕਰ ਰਹੇ ਹਾਂ ਆਰਗੈਨਿਕ ਕੈਮਿਸਟਰੀ, ਮੇਨਲੀ ਕਿਹਦੇ ਉੱਤੇ ਬੇਸਡ ਹੈ ਆਰਗੈਨਿਕ ਕੈਮਿਸਟਰੀ। ਹੁਣ ਤੱਕ ਤੁਸੀਂ ਜਿਵੇਂ ਤੁਸੀਂ ਫਸਟ ਚੈਪਟਰ ਪੜ੍ਹਿਆ, ਹੁਣ ਤੁਸੀਂ ਕੈਮਿਸਟਰੀ ਪੜ੍ਹ ਰਹੇ ਹੋ ਤਾਂ ਤੁਹਾਨੂੰ ਇਹ ਵੀ ਪਤਾ ਹੈ ਕਿ ਉਹਦੇ 3 ਪਾਰਟਸ ਹੁੰਦੇ ਆ, ਫਿਜ਼ੀਕਲ ਕੈਮਿਸਟਰੀ, ਇਨਆਰਗੈਨਿਕ ਕੈਮਿਸਟਰੀ ਐਂਡ ਆਰਗੈਨਿਕ ਕੈਮਿਸਟਰੀ। ਕੈਮਿਸਟਰੀ 3 ਪਾਰਟਸ ਤੁਸੀਂ ਪੜ੍ਹ ਚੁੱਕੇ ਹੋ ਤੇ ਮੇਨਲੀ 3 ਪਾਰਟਸ ਹੁੰਦੇ ਆ ਫਿਜ਼ੀਕਲ ਕੈਮਿਸਟਰੀ, ਫਿਰ ਆਪਣੇ ਕੋਲ ਆਉਂਦੀ ਹੈ ਇਨਆਰਗੈਨਿਕ ਕੈਮਿਸਟਰੀ, ਇसी तरह ਤੁਹਾਡੇ ਕੋਲ ਹੁੰਦੀ ਹੈ ਆਰਗੈਨਿਕ ਕੈਮਿਸਟਰੀ। ਫਿਜ਼ੀਕਲ ਕੈਮਿਸਟਰੀ ਹੋਏਗੀ, ठीक है, और इनऑर्गेनिक केमिस्ट्री होगी ऑर्गेनिक केमिस्ट्री। मतलब केमिस्ट्री ਦੇ ਅੱਗੇ ਫਰਦਰ 3 ਪਾਰਟਸ ਨੇ। ਫਿਜ਼ੀਕਲ ਕੈਮਿਸਟਰੀ ਦੇ ਵਿੱਚ ਮੇਨਲੀ ਜਿਵੇਂ ਤੁਸੀਂ ਮੋਲ ਕਨਸੈਪਟ ਪੜ੍ਹ ਕੇ ਹਟੇ ਹੋ ਉਹ ਜਿਹੜਾ ਸਾਰਾ ਆ ਜਾਏਗਾ ਦੈਟ ਇਜ਼ ਇਨ ਫਿਜ਼ੀਕਲ ਕੈਮਿਸਟਰੀ, ਠੀਕ ਹੈ। ਜਿਹੜਾ ਆਪਣੇ ਕੋਲ ਇਨऑर्गेनिक ਹੈ ਉਹਦੇ ਵਿੱਚ ਆਪਣੇ ਕੋਲ ਕੀ ਹੋਏਗਾ, ਜਿਵੇਂ ਐਸ ਬਲੋਕ ਮੈਟਲਸ ਪੂਰੇ ਪੀਰੀਓਡਿਕ ਟੇਬਲ ਦੀ ਸਟੱਡੀ ਕਰਾਂਗੇ। ਐਸ ਬਲੋਕ ਹੋ ਗਿਆ, ਪੀ ਬਲੋਕ ਹੋ ਗਿਆ, ਡੀਐਫ ਹੋ ਗਿਆ, ਉਹਨਾਂ ਦੀ ਕਿਸ ਤਰ੍ਹਾਂ ਕੈਮੀਕਲ ਪ੍ਰੋਪਰਟੀ ਸ਼ੋ ਕਰਦਾ ਹੈ, ਉਹ ਸਾਰੀ ਆਪਣੇ ਕੋਲ ਕਿੱਚ ਆ ਜਾਏਗੀ ਇਨऑर्गेनिक। ਬਟ ਜਦੋਂ ਆਪਾਂ ਆਰਗੈਨਿਕ मतलब ਜਿਹੜੀ ਆਪਾਂ ਇਨਆਰਗੈਨਿਕ ਪੜਾਂਗੇ ਉਹ ਚ ਮੋਸਟਲੀ ਆਪਾਂ ਪੀਰੀਓਡ ਟੇਬਲ ਬਾਰੇ ਪੜਾਂਗੇ, ਉਹ ਚ ਕਿਸ ਤਰ੍ਹਾਂ ਦੇ ਸਟਰਕਚਰਸ ਹੁੰਦੀਆਂ ਨੇ, ਕਿਸ ਤਰ੍ਹਾਂ ਦੀ ਪ੍ਰੋਪਰਟੀ ਸ਼ੋ ਕਰਦਾ ਉਹਨਾਂ ਬਾਰੇ। ਬਟ ਜਦੋਂ ਆਪਾਂ ਆਰਗੈਨਿਕ ਕੈਮਿਸਟਰੀ ਦੀ ਗੱਲ ਕਰਦੇ ਆ ਤਾਂ ਆਰਗੈਨਿਕ ਕੈਮਿਸਟਰੀ ਮੇਨਲੀ ਜਿਹੜਾ ਵਰਡ ਆਇਆ ਉਹ ਕਿੱਥੋਂ ਆਇਆ, ਦੈਟ ਇਜ਼ ਫਰੋਮ ਲਿਵਿੰਗ, मतलब लिविंग बीइंग्स ਤੋਂ ਆਇਆ ਹੈ ਕਿ ਜਿਹੜੀ ਚੀਜ਼ ਲਾਈਫ ਪ੍ਰੋਸੈਸ ਕਰਦੀ ਹੈ ਉਹਨਾਂ ਤੋਂ ਜਿਹੜੀ ਕੈਮਿਸਟਰੀ ਆਪਾਂ ਜਿਹਨਾਂ ਨੇ ਸਟੱਡੀ ਕਰੀ ਹੈ ਤਾਂ ਉਹਨੂੰ ਆਪਾਂ ਕੀ ਲਵਾਂਗੇ ਆਰਗੈਨਿਕ ਕੈਮਿਸਟਰੀ। ਅਗਰ ਇਹੀ ਆਪਾਂ ਨॉन ਲਿਵਿੰਗ ਥਿੰਗਸ ਦੀ ਸਟੱਡੀ ਕਰਦੇ ਆ, अगर आप नॉन लिविंग थिंग्स की स्टडी करते हैं तो अपने को क्या आ जाता है इनऑर्गेनिक केमिस्ट्री। मेनली अपने को आह 2 पार्ट्स ने इनऑर्गेनिक ते ऑर्गेनिक। जी फिजिकल केमिस्ट्री वो थर्मोडायनेमिक्स हो गया, इक्विलिब्रियम चैप्टर हो गया, उन्होंने रिलेटेड है। बट अपने को की है इनऑर्गेनिक केमिस्ट्री ते ऑर्गेनिक केमिस्ट्री मेन आप लेके चलते हैं, क्योंकि ऑर्गेनिक केमिस्ट्री के आप कितना डील करते हैं लिविंग बीइंग्स दे नाल। मतलब ਜਿਹੜੀ लिविंग बीइंग्स ਦੇ ਲਾਈਫ ਪ੍ਰੋਸੈਸ ਕਰਦੇ ਆ ਉਹਨਾਂ ਦੇ ਵਾਸਤੇ ਜਦੋਂ ਆਪਾਂ ਸਟੱਡੀ ਕਰਦੇ ਆ ਤਾਂ ਉਹ ਆਪਣੇ ਕੋਲ ਕੀ ਆਉਂਦੇ ਆਰਗੈਨਿਕ ਕੈਮਿਸਟਰੀ। ਜੋ ਆਪਾਂ ਨॉन ਲਿਵਿੰਗ ਬੀਇੰਗਸ ਜਿਹੜੀ ਗੱਲ ਕਰਦੇ ਨॉन ਲਿਵਿੰਗ ਬੀਇੰਗਸ ਦੀ, ਜਿਵੇਂ ਐਗਜ਼ਾਮਪਲ ਨॉन ਲਿਵਿੰਗ ਥਿੰਗਸ ਦੀ ਆਪਾਂ ਗੱਲ ਕਰਦੇ ਆ। ਫੋਰ ਐਗਜ਼ਾਮਪਲ ਆਪਾਂ ਮੈਟਲਸ ਦੀ ਗੱਲ ਕਰ ਰਹੇ ਹਾਂ, ਨॉन ਮੈਟਲਸ ਦੀ ਗੱਲ ਕਰ ਰਹੇ ਹਾਂ, ਠੀਕ ਹੈ, ਮਿਨਰਲਸ ਦੀ ਗੱਲ ਕਰ ਰਹੇ ਹਾਂ, ਸੌਲਟਸ ਦੀ ਗੱਲ ਕਰ ਰਹੇ ਹਾਂ, ਇਹ ਸਾਰੇ ਆਪਣੇ ਕੋਲ ਕਿੱਚ ਆਏ ਨੇ ਇਨਆਰਗੈਨਿਕ ਕੈਮਿਸਟਰੀ, ਠੀਕ ਹੈ। ਲਾਈਫ ਪ੍ਰੋਸੈਸ ਨਹੀਂ ਕਰਦੇ ਆਪਾਂ, ਜਦੋਂ ਆਪਾਂ ਮਿਨਰਲਸ ਦੀ ਗੱਲ ਕਰ ਰਹੇ ਹਾਂ, ਸੌਲਟਸ ਦੀ ਗੱਲ ਕਰ ਰਹੇ ਹਾਂ, वो सारे अपने को किच आ जाते हैं इनऑर्गेनिक केमिस्ट्री, क्योंकि नॉन लिविंग की गल कर रहे हैं, ठीक है। बट जो आप ऑर्गेनिक केमिस्ट्री पढ़ रहे हैं लिविंग की गल कर रहे हैं, मतलब लिविंग की लाइफ किच होंदी है, प्लांट्स होंदी है, ठीक है, एनीमल्स लाइफ होंदी है,
क्लियर है। जिन्हें प्लांट्स है एनिमल्स है इन्हां तो ਜਿਹੜੇ ਕੰਪਾਊਂਡਸ ਅਸੀਂ ਐਕਸਟ੍ਰੈਕਟ ਕਰਾਂਗੇ ਉਹ ਆਪਣੇ ਕੋਲ ਕੀ ਹੋ ਜਾਣਗੇ ਆਰਗੈਨਿਕ ਕੰਪਾਊਂਡਸ। ਆਰਗੈਨਿਕ ਕਿਉਂ ਕਿਉਂਕਿ ਪਲਾਂਟਸ ਵੀ ਲਿਵਿੰਗ ਹੈ ਐਨੀਮਲਸ ਵੀ ਕੀ ਹੈ ਲਿਵਿੰਗ ਤੇ ਲਿਵਿੰਗ ਆਰਗੈਨਿਜ਼ਮ ਤੋਂ ਜਿਹੜੇ ਆਪਾਂ ਕੰਪਾਊਂਡਸ ਐਕਸਟ੍ਰੈਕਟ ਕਰਾਂਗੇ ਬਾਹਰ ਕੱਢਾਂਗੇ ਤੇ ਉਹਨਾਂ ਦੀ ਆਪਾਂ ਜੋ ਸਟਰਕਚਰ ਸਟੱਡੀ ਕਰਾਂਗੇ ਉਹਨਾਂ ਦੀ ਪ੍ਰੋਪਰਟੀ ਸਟੱਡੀ ਕਰਾਂਗੇ ਉਹ ਕਿੱਚ ਆ ਜਾਏਗੀ ਆਰਗੈਨਿਕ ਕੈਮਿਸਟਰੀ 'ਚ। क्लीयर है। ऑर्गेनिक केमिस्ट्री की होंगी है जो आप किसी लिविंग बींग्स की गल कर रहे लाइक प्लांट्स और एनीमल्स की गल कर रहे हैं तो प्लांट्स और एनीमल्स के विचों जिहड़ी चीज़ आप एक्सट्रैक्ट करते हैं वो जिहड़े कंपाउंड निकलते हैं दैट कंपाउंड्स आर ऑर्गेनिक कंपाउंड्स उन्होंने आप की कहांगे दैट कंपाउंड्स आर ऑर्गेनिक। और ऑर्गेनिक कंपाउंड्स आप जो नाम दे रहे हैं इन्हां दे विच मेनली जिहड़े हुंदे कार्बन के कंपाउंड्स हुंदे मेनली इन्हां च किहदे कंपाउंड्स हुंदे हैं कार्बन के। देखो अपनी सारे जिहड़ी आपां लिविंग की गल करते लिविंग मटीरियल जिहड़ा भी है काहदा बनिया होया कार्बन का बनिया होया ਕਾਹਦਾ ਬਣਿਆ ਹੋਇਆ ਕਾਰਬਨ ਦਾ। ਤੇ ਆਪਣੇ ਕੋਲ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਪਲਾਂਟਸ ਦੀ ਗੱਲ ਕਰ ਰਹੇ ਵੁੱਡ ਦੀ ਗੱਲ ਕਰਦੇ ਹਾਂ ਪਲਾਂਟਸ ਦੇ ਵਿੱਚ ਵੁੱਡ ਹੁੰਦੀ ਹੈ ਉਸ ਵੁੱਡ ਦੇ ਵਿੱਚ ਵੀ ਕੀ ਪ੍ਰੈਜ਼ੈਂਟ ਹੁੰਦੀ ਕਾਰਬਨ ਪ੍ਰੈਜ਼ੈਂਟ ਹੁੰਦੀ ਹੈ। ਹੁਣ ਇਹ ਕਾਰਬਨ ਸਾਨੂੰ ਪਤਾ ਹੈ ਪ੍ਰੈਜ਼ੈਂਟ ਹੈ ਕਿ ਨਹੀਂ ਹੈ जब तक इस चीज़ को बर्न करते हैं अगर वो धुआं निकलता मतलब कार्बन डाइऑक्साइड गैस बाहर निकल रही है ये कार्बन मोनोऑक्साइड गैस बाहर निकल रही है जो आप हीट करते हैं जो वुड है प्लांट्स आप वुड बाहर कड्ढी और जो वुड है उन्होंने लक्कड़ को आप बर्न करांगे तो बर्न करने तो बाद वो की निकलेगा कार्बन डाइऑक्साइड गैस बाहर निकलेगी। ਇਹਦਾ मतलब आप बाहरों तो की दे रहे हैं बर्न कर लगी सिर्फ आप की दे रहे हैं वुड सी अपने को वुड ਨੂੰ ਆਪਾਂ ਕੀ ਕੀਤਾ ਕੰਬਸ਼ਨ ਕੀਤੀ मतलब बर्न किया ठीक है ਜਿਹਨੂੰ ਆਪਾਂ बोल सकते हैं ਉਹਦੀ ਕੰਬਸ਼ਨ ਕੀਤੀ ਤੇ ਕੰਬਸ਼ਨ ਜਦੋਂ ਕਰਦੇ ਆ ਆਪਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕੰਬਸ਼ਨ ਜਦੋਂ ਕਰਦੇ ਆ ਉਹ ਇਨ ਦਾ ਪ੍ਰੈਜ਼ੈਂਸ ਆਫ ਆਕਸੀਜਨ ਹੁੰਦੀ ਕਿਹਦੀ ਪ੍ਰੈਜ਼ੈਂਸ ਹੁੰਦੀ ਹੈ ਆਕਸੀਜਨ ਦੀ ਪ੍ਰੈਜ਼ੈਂਸ ਦੇ ਵਿੱਚ। ਤੇ ਵੁੱਡ ਦੇ ਵਿੱਚ ਇਹੋ ਜਿਹਾ ਕੀ ਸੀਗਾ ਜਿਹਨੇ ਆਕਸੀਜਨ ਰਿਐਕਟ ਕਰਕੇ CO2 ਬਣਾਤਾ ਔਰ ਵਾਟਰ ਮੋਲੀਕਿਊਲਸ ਬਾਹਰ ਨਿਕਲਣਗੇ। ਹੁਣ ਦੇਖੋ ਇਹਦਾ ਮਤਲਬ ਉਹ ਚ ਕਾਰਬਨ ਵੀ ਪ੍ਰੈਜ਼ੈਂਟ ਹੋਏਗੀ ਇਹਦਾ ਮਤਲਬ ਆਪਾਂ ਤਾਂ ਸਿਰਫ ਆਕਸੀਜਨ ਦੇ ਰਹੇ ਆ ਆਕਸੀਜਨ ਤਾਂ ਇੱਥੋਂ ਮਿਲ ਰਹੀ ਹੈ ਵੁੱਡ ਦੇ ਵਿੱਚ ਕੀ ਪ੍ਰੈਜ਼ੈਂਟ ਹੋ ਕਾਰਬਨ ਪ੍ਰੈਜ਼ੈਂਟ ਹੋ ਸਕਦੀ ਹੈ ਹਾਈਡਰੋਜਨ ਪ੍ਰੈਜ਼ੈਂਟ ਹੋ ਸਕਦੀ ਹੈ ਔਰ ਮੇਬੀ ਆਕਸੀਜਨ ਵੀ ਪ੍ਰੈਜ਼ੈਂਟ ਹੋ ਸਕਦੀ ਕਿਉਂਕਿ ਆਕਸੀਜਨ ਤਾਂ ਕਾਮਨ ਹੋ ਸਕਦੀ ਹੈ ਨਾ ਦੋਨਾਂ 'ਚ ਠੀਕ ਹੈ। ਜਿਹੜੀ ਕਾਮਨ ਚੀਜ਼ ਉਹ ਤਾਂ ਚਲੋ ਕੋਈ ਪ੍ਰੋਬਲਮ ਨਹੀਂ ਹੈ ਕਾਮਨ ਤਾਂ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਬਟ ਕਿਹੜੀ ਨਵੀਂ ਚੀਜ਼ ਆਈ ਹੈ ਕਾਰਬਨ ਔਰ ਹਾਈਡਰੋਜਨ ਇਹਦਾ ਮਤਲਬ ਵੁੱਡ ਦੇ ਵਿੱਚ ਕਿਤੇ ਨਾ ਕਿਤੇ ਕਾਰਬਨ ਔਰ ਹਾਈਡਰੋਜਨ ਜਿਹੜੇ ਇਹੋ ਜਿਹੇ ਐਲੀਮੈਂਟਸ ਪ੍ਰੈਜ਼ੈਂਟ ਹੈ ਠੀਕ ਹੈ। ਦੂਜੀ ਗੱਲ ਹੈ ਮੈਂ ਕਿਹਾ ਸੀ ਜਦੋਂ ਧੂਆਂ ਨਿਕਲਦਾ ਠੀਕ ਹੈ ਨਾ ਉਹ ਜਿਹੜੇ ਤੁਹਾਡੇ ਕੋਲ ਧੂਆਂ ਮਤਲਬ ਕਾਰਬਨ ਡਾਈਆਕਸਾਈਡ ਦੀ ਵਜ੍ਹਾ ਨਾਲ ਨਿਕਲਦਾ ਪਾਣੀ ਦੀ ਵਜ੍ਹਾ ਨਾਲ ਧੂਆਂ ਨਹੀਂ ਨਿਕਲੂਗਾ ਕਿਹਦੀ ਵਜ੍ਹਾ ਨਾਲ ਨਿਕਲੂਗਾ ਕਾਰਬਨ ਡਾਈਆਕਸਾਈਡ ਦੀ। ਇਹਦਾ ਮਤਲਬ ਮੇਨ ਉਹਦਾ ਕਨਸਟੀਟਿਊਐਂਟ ਕੀ ਹੈ ਕਾਰਬਨ ਮੇਨ ਕੰਪੋਨੈਂਟ ਉਹਦਾ ਕੀ ਹੈ ਕਾਰਬਨ। ਤੇ ਜਦੋਂ ਆਪਾਂ ਆਰਗੈਨਿਕ ਕੈਮਿਸਟਰੀ ਦੀ ਗੱਲ ਕਰ ਰਹੇ ਹਾਂ ਆਰਗੈਨਿਕ ਕੈਮਿਸਟਰੀ ਮੇਨਲੀ ਆਪਾਂ ਕਿਹਦੀ ਸਟੱਡੀ ਕਰਦੇ ਹਾਂ ਕਾਰਬਨ ਦੀ ਸਟੱਡੀ ਕਰਦੇ ਹਾਂ ਕਿਉਂਕਿ ਕਾਰਬਨ ਹੀ ਜਿਹੜਾ ਉਹ ਮੇਨ ਆਰਗੈਨਿਕ ਕੰਪਾਊਂਡ ਦਾ ਕਨਸਟੀਟਿਊਐਂਟ ਪਾਰਟੀਕਲ ਹੈ ਜਿਹਨੂੰ ਆਪਾਂ ਕਹਿ ਸਕਦੇ ਐਲੀਮੈਂਟ ਹੈ। ਇਹ ਐਲੀਮੈਂਟ ਜਿਹੜਾ ਹੈ ਇਹਨੇ ਹੀ ਕੀ ਕਰਨਾ पूरी केमिस्ट्री जी ना डील करनी है आप ऑर्गेनिक केमिस्ट्री ठीक है ना पूरी स्टडी जी कार्बन के कंपाउंड्स की ही स्टडी करनी है। तो हूँ अपने को कार्बन के कंपाउंड्स मैं कहता स्टडी करनी है तो बच्चे कहते हैं कार्बन तो कार्बन डाइऑक्साइड है कार्बन मोनोऑक्साइड भी है ठीक है। ਇਹਦਾ मतलब कि जो मैं ऑर्गेनिक कंपाउंड की गल कर रही हाँ तो कार्बन डाइऑक्साइड तो कार्बन मोनोऑक्साइड भी की होए ऑर्गेनिक कंपाउंड होए। हेलो स्टूडेंट्स वेलकम टू टीवी स्कूल ਆਪਾਂ कर रहे हैं क्लास +1 ਦੀ केमिस्ट्री एंड ਉਹਦੇ अंडर ਆਪਾਂ स्टार्ट ਕਰਨ ਜਾ ਰਹੇ ਹਾਂ यूनिट नंबर 13 विच इज़ हाइड्रोकार्बन्स। ਇਹ यूनिट ਕਾਫੀ ਲੈਂਥੀ ਐਂਡ ਇਹਦੇ ਵਿੱਚੋਂ ਕਾਫੀ ਮਾਰਕਸ ਦਾ ਪੇਪਰ ਵੀ ਐਗਜ਼ਾਮ ਦੇ ਵਿੱਚ ਆਉਂਦਾ ਹੈ एंड नेम तो अगर आप बिल्कुल बेसिक्स देखिए कि इस यूनिट ਦੇ ਵਿੱਚ ਆਪਾਂ ਕੀ ਚੀਜ਼ਾਂ ਸਟੱਡੀ ਕਰਾਂਗੇ दैट इज़ हाइड्रोकार्बन्स। अगर ਆਪਾਂ नेम ਨੂੰ 2 पार्ट्स ਦੇ ਵਿੱਚ डिवाइड करिए हाइड्रोकार्बन्स नेम तो क्लियर हो रहा है हाइड्रो एंड कार्बन। हाइड्रोकार्बन is made up of 2 words that is hydro and carbon. So hydro तो की बन जाएगा हाइड्रोजन and carbon is carbon है ना हाइड्रोजन का सिंबल H and carbon का C ठीक है जी। सो हाइड्रोकार्बन्स ਉਹ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਕੇ ਹਾਈਡਰੋਜਨ ਤੇ ਕਾਰਬਨ ਐਟਮ ਦੇ ਵਿੱਚ ਬੌਂਡ ਬਣਿਆ ਹੋਵੇ ਠੀਕ ਹੈ ਜੀ। ਸੋ these type of compounds are known as hydrocarbons। ਤੇ पूरी यूनिट ਦੇ ਵਿੱਚ ਆਪਾਂ ਜੋ ਵੀ ਕੁਝ ਸਟੱਡੀ ਕਰਨਾ ਤੁਸੀਂ ਇਹ ਚੀਜ਼ ਨੋਟ ਕਰੋਗੇ ਕਿ ਉਹਦੇ ਵਿੱਚ ਕਾਰਬਨ ਤੇ ਹਾਈਡਰੋਜਨ ਦੇ ਵਿੱਚ ਇੱਕ ਸਿੰਗਲ ਬੌਂਡ ਡੈਫੀਨੇਟਲੀ ਹੋਏਗਾ ਇੱਕ ਡਬਲ ਬੌਂਡ ਵੀ ਹੋ ਸਕਦਾ। ਸੋ ਉਹ ਵੇਰੀ ਕਰੇਗਾ ਕਿ मतलब सिंगल होएगा डबल होएगा या ट्रिपल होएगा बट देयर शुड बी वन एटलीस्ट वन बॉन्ड बिटवीन कार्बन एटम एंड हाइड्रोजन एटम ठीक है जी। सो ਜਿਹੜੇ ਇਹ ਹਾਈਡਰੋਕਾਰਬਨਸ ਹੈਗੇ ਨੇ ਇਹ ਆਪਣੀ ਡੇਲੀ ਲਾਈਫ ਦੇ ਵਿੱਚ ਵੀ ਕਾਫੀ ਇੰਪੋਰਟੈਂਸ ਰੱਖਦੇ ਨੇ ਜਿਵੇਂ ਕਿ ਅਗਰ ਆਪਾਂ ਦੇਖੀਏ ਇਹਨਾਂ ਦੀ ਪ੍ਰਿਪਰੇਸ਼ਨ ਕਿ ਮੇਨਲੀ ਪ੍ਰਿਪੇਅਰ ਕੀਤੇ ਜਾਂਦੇ ਨੇ ਪੈਟਰੋਲੀਅਮ ਨੈਚੁਰਲ ਗੈਸ ਪੈਟਰੋਲੀਅਮ ਐਂਡ ਨੈਚੁਰਲ ਗੈਸ ਜਿਵੇਂ ਕਿ ਮਿਥੇਨ ਤੋਂ ਆਪਾਂ ਇਹਨਾਂ ਦੀ ਪ੍ਰਿਪਰੇਸ਼ਨ ਕਰ ਸਕਦੇ ਹਾਂ ਅਗਰ ਆਪਾਂ ਨੇ ਅਲਕਾਈਲ ਹੈਲਾਈਡਸ ਬਣਾਉਣੇ ਆ। ਸੋ ਇਸ ਤਰ੍ਹਾਂ ਨਾਲ ਜਿਹੜਾ ਹੈਗਾ ਵਾ ਇਹਨਾਂ ਨੂੰ ਆਪਾਂ ਪ੍ਰਿਪੇਅਰ ਵੀ ਕਰ ਸਕਦੇ ਹਾਂ ਬਟ ਅਗਰ ਆਪਾਂ ਇਹਦੀ ਯੂਜ਼ ਦੇਖੀਏ ਨਾਲ ਡੇਲੀ ਲਾਈਫ ਤਾਂ ਉਹਦੇ ਵਿੱਚ ਕੀ ਹੈ ਕਿ ਆਪਾਂ ਇਹ ਤੋਂ ਡਾਈਸ ਬਣਾ ਸਕਦੇ ਹਾਂ ਪੇਂਟਸ ਬਣਾ ਸਕਦੇ ਹਾਂ
ਮਤਲਬ ਇਹਨਾਂ ਦੀ ਮੈਨੂਫੈਕਚਰਿੰਗ ਫਾਰਮੇਸ਼ਨ ਦੇ ਲਈ ਵੀ ਜਿਹੜੇ ਹਾਈਡਰੋਕਾਰਬਨਸ ਹੈਗੇ ਨੇ ਉਹ ਯੂਜ਼ਫੁਲ ਨੇ, ਤੇ ਪੋਲੀਮਰਸ ਦੀ ਫਾਰਮੇਸ਼ਨ ਦੇ ਲਈ ਵੀ ਜਿਹੜੇ ਹਾਈਡਰੋਕਾਰਬਨਸ ਹੈਗੇ ਨੇ ਉਹ ਯੂਜ਼ਫੁਲ ਨੇ। ਲਾਈਕ ਜਦੋਂ ਆਪਾਂ ਮਤਲਬ ਕਲਾਸ +2 ਦੇ ਵਿੱਚ ਪੋਲੀਮਰਸ ਯੂਨਿਟ ਕਰਾਂਗੇ which is the second last unit of class +1 curriculum, ਉਹਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੇ ਪੋਲੀਮਰਸ ਹੁੰਦੇ ਆ ਉਹਦੇ ਵਿੱਚ ਵੀ there would be at least one single bond between carbon atom and hydrogen atom, so that's why hydrocarbons are useful for the preparation of dyes and paints and moreover for some polymers। ठीक है जी। सो ये सी मतलब बेसिक नॉलेज दैट हाइड्रोकार्बन्स की हुंदे आ जिहदे विच कि हाइड्रोजन ते कार्बन एटम प्रेजेंट होवे एंड देयर वुड बी एटलीस्ट वन बॉन्ड, वन सिंगल बॉन्ड बिटवीन कार्बन एंड हाइड्रोजन। इनू आपां पेट्रोलियम और नेचुरल गैस तो प्रिपेयर कर सकते हैं। तो अगर आप इसकी यूजफुलनेस देखिए इन आवर डेली लाइफ दैट इट इज़ यूज फॉर द मैन्युफैक्चरिंग ऑफ डाइज, पेंट्स एंड पॉलीमर्स। ठीक है जी। सो हुण अगे आपां स्टार्ट करते हैं कि जिहड़े ये हाइड्रोकार्बनस हैगे ने इहदे विच आपां मेनली किहड़ियां-किहड़ियां चीज़ां स्टडी करांगे। हेलो स्टूडेंट्स, वेलकम टू टीवी स्कूल। आपां कर रहे हैं क्लास +1 दी केमिस्ट्री एंड उहदे अंडर आपां स्टार्ट करन जा रहे हैं यूनिट नंबर 14 विच इज़ इन्वायरमेंटल पोल्यूशन। दिस यूनिट इज़ जस्ट रिलेटेड टू आवर डेली लाइफ, जिवें कि नेम तो क्लीयर हो जाता इन्वायरमेंटल पोल्यूशन। जस्ट आप ये पोल्यूशनस की गल करांगे, जिवें कि आप लो लैवल के उपर भी लोअर क्लासिस दे विच भी काफ़ी कुछ स्टडी किया होया वा पोल्यूशन के रिगार्डिंग, जिवें कि 6th क्लास ऑनवर्ड्स ही साइंस दे विच ये सब टॉपिक स्टार्ट हो जाते हैं। वट इज़ पोल्यूशन, वट इज़ एयर पोल्यूशन, कि कदी एग्जाम्पल दो, ग्रीन हाउस इफेक्ट, ये सब चीज़ां आप बेसिक लैवल के उपर स्टडी कीतियां होईयां ने। ते ये यूनिट भी जस्ट उहदे ही नाल रिलेटेड है। ये जस्ट आप उहदे नालों थोड़ा जा हाई लैवल करांगे, बट ये यूनिट हैगी भी छोटी है, ये घट मार्क्स का पेपर कवर हुंदा एंड जस्ट बेसिक लैवल के उपर ये यूनिट कवर हुंदी है। सो अगर तुसी ये वाले जिहड़े लैक्चर होणगे इस यूनिट दे इन्हां नूं केयरफुली सुनोगे दैन यू हैव नो नीड टू रीड दिस यूनिट इन द बुक, बिकॉज ये सब इहो जी यूनिट हुंदी है जिहदे विचों अगर कोई 1 या 2 क्वेश्चन भी आ जाण दैन ਤਾਂ ਵੀ ਜਿਹੜੇ स्टूडेंट्स ਹੁੰਦੇ ਨੇ ਉਹ ਆਪਣੇ ਬਿਹਾਫ ਦੇ ਉੱਪਰ ਹੀ ਆਨਸਰਸ ਨੂੰ ਆਪਣੇ ਆਪ ਹੀ ਲਿਖ ਲੈਂਦੇ ਹੁੰਦੇ ਨੇ, ਕਿਉਂਕਿ ਇਹ ਜਸਟ ਬੇਸਿਕ ਯੂਨਿਟ ਹੈ ਤੇ ਆਪਾਂ ਕੁਛ ਨਾ ਕੁਛ ਤਾਂ ਕੁਐਸਚਨ ਦਾ ਆਨਸਰ ਦੇ ਹੀ ਸਕਦੇ ਹਾਂ, ਬਿਕਾਜ਼ ਦਿਸ ਯੂਨਿਟ ਇਜ਼ ਰਿਲੇਟਡ ਟੂ ਆਰ ਡੇਲੀ ਲਾਈਫ। ਸੋ ਆਪਣੇ ਨਾਲ ਰਿਲੇਟਡ ਹੈ ਜਾਂ ਜ਼ਿਆਦਾ ਤੋਂ ਜ਼ਿਆਦਾ ਆਪਾਂ ਇਹਦੇ ਵਿੱਚ ਪਲਾਂਟਸ ਦੇ ਉੱਪਰ ਇਫੈਕਟਸ ਦੇਖ ਸਕਦੇ ਹਾਂ, ਪੋਲਿਊਸ਼ਨਸ ਦੇ ਜਾਂ ਫਿਰ ਐਨੀਮਲਸ ਦੇ ਉੱਪਰ ਜਾਂ ਆਪਣੀ ਹਿਊਮਨ ਬੀਇੰਗਸ ਦੀ ਲਾਈਫ ਦੇ ਉੱਪਰ ਜਾਂ ਆਪਣੀ ਹੈਲਥ ਦੇ ਉੱਪਰ। ਠੀਕ ਹੈ।